ਉਹ ਜ਼ਰੂਰਤਮੰਦ ਜਿਹੜੇ ਬੱਚੇ ਜਿਨ੍ਹਾਂ ਦੀ ਪੜ੍ਹਾਈ ਰੁਕਦੀ ਆ ਉਹਨਾਂ ਨੂੰ ਪੜ੍ਹਾਈ ਕੀਤੀ ਜਾਵੇ। ਜਿਨ੍ਹਾਂ ਬੱਚਿਆਂ ਨੂੰ ਸ਼ਾਦੀ ਨਹੀਂ ਹੋ ਰਹੀ, ਵਿਆਹ ਨਹੀਂ ਹੋ ਰਿਹਾ, ਉਹਨਾਂ ਦੇ ਵਿਆਹ ਕੀਤੇ ਜਾਣ। ਫੀਸ ਦੇਣੀ, ਬੱਚਿਆਂ ਦੇ ਬੁੱਕਸ, ਬੱਚਿਆਂ ਦੇ ਬੈਗ ਘਰ ਵਸਾਏ ਜਾਣ। ਇਹ ਸਭ ਨੂੰ ਸੋਚ ਕੇ ਅਸੀਂ ਇੱਕ ਸੰਸਥਾ ਬਣਾਈ, ਗੁਰੂ ਰਾਮਦਾਸ ਸੇਵਾ ਦਲ ਸੁਨਾਰੀ ਜਮਸ਼ੇਦਪੁਰ। ਗੁਰੂ ਰਾਮਦਾਸ ਸੇਵਾ ਦਲ ਦੀ ਜਿਹੜੀ ਸੁਸਾਇਟੀ ਬਣਾਈ ਹੈ, ਕੋਸ਼ਿਸ਼ ਕੀਤੀ ਕਿ ਕਿਸੇ ਨੂੰ ਬਹੁਤ ਵੱਡੀ ਪਦਵੀ ਨਾ ਦਿੱਤੀ ਜਾਏ ਤਾਂ ਕਿ ਸਾਡੇ ਕੰਮ ਨਾ ਹੋਣ। ਅਸੀਂ ਸਾਰੇ ਸੇਵਾਦਾਰ ਹਾਂ। ਬਾਕੀ ਤੁਸੀਂ ਸਾਡੇ ਕੋਲ ਪੁੱਛਿਆ ਪੁੱਛ ਦੇ ਬਾਰੇ, ਸਾਨੂੰ ਪੁੱਛ ਦੇ ਕੋਈ ਲਾਲਚ ਨਹੀਂ ਹੈ। ਸਾਡਾ ਮੁੱਖ ਉਦੇਸ਼ ਹੈ ਸੇਵਾ ਕਰਨੀ ਸੰਗਤ ਦੀ। ਜੇ ਕਿਸੇ ਦੀ ਤਲਾਕ ਦੀ ਨੌਬਤ ਆਉਂਦੀ ਹੈ ਕਿਸੇ ਬੱਚੇ ਦੀ, ਉਹਦਾ ਵੀ ਅਸੀਂ ਮਤਲਬ ਮੀਡੀਏਟਰ ਬਣ ਕੇ ਅਸੀਂ ਸਭ ਕੁਝ ਮਤਲਬ ਚਾਹੁੰਦੇ ਹਾਂ ਕਿ ਕਿਸੇ ਦਾ ਪਰਿਵਾਰ ਟੁੱਟੇ ਨਾ, ਵਸ ਜਾਏ। ਤੇ ਅਸੀਂ ਕਦੀ ਸਿੱਖ ਪੰਥ ਵਿੱਚ ਐਸੀਆਂ ਲੜਾਈਆਂ ਦਾ ਵੀ ਸਾਹਮਣਾ ਕਰਦੇ ਹਾਂ ਜਿੱਥੇ ਪੋਸਟਾਂ ਕਰਕੇ ਇੱਕ ਦੂਸਰੇ ਦੀਆਂ ਦਸਤਾਰਾਂ ਤੇ ਹੱਥ ਪੈਂਦੇ ਹਨ। ਤੁਹਾਨੂੰ ਜੇ ਕਹੇ ਕਿ ਤੁਸੀਂ ਇਹ ਸਾਰਾ ਢੋਂਗ ਤੇ ਡਰਾਮਾ ਕਰ ਰਹੇ ਹੋ, ਤੁਸੀਂ ਅਸਲ ਵਿੱਚ ਕੁਝ ਹੋਰ ਹੋ, ਤੇ ਤੁਸੀਂ ਜਿਹੜੀਆਂ ਗੱਲਾਂ ਕਹਿ ਰਹੇ ਹੋ ਸਾਰੀਆਂ ਝੂਠੀਆਂ ਹਨ। ਲੇਕਿਨ ਅਸੀਂ ਜਿਹੜੇ ਨਿਸਵਾਰਥ ਸੇਵਾ ਕਰਨ ਦੇ, ਸਾਡਾ ਦਿਲ ਜਾਣਦਾ, ਸਾਡਾ ਵਾਹਿਗੁਰੂ ਜਾਣਦਾ, ਤੇ ਵਾਹਿਗੁਰੂ ਕੋਲੋਂ ਅਸੀਂ ਸਿੱਖਿਆ ਲਈ ਆ। ਦੁਨੀਆ ਤੋਂ 10 ਮੂੰਹ 10 ਗੱਲਾਂ ਨਿਕਲਦੀਆਂ, ਤੇ ਅਸੀਂ ਉਧਰ ਧਿਆਨ ਦੇਵਾਂਗੇ ਤੇ ਅਸੀਂ ਆਪਣਾ ਕੁਝ ਕੰਮ ਹੀ ਨਹੀਂ ਕਰ ਸਕਦੇ। ਜਿਹੜਾ ਕੰਮ ਤੱਤ ਨਹੀਂ ਹੁੰਦਾ ਸਾਨੂੰ ਉਹ ਕੰਮ ਦਿਆ ਕਰੋ। ਸਿੱਖੀ ਤੇ ਗੁਰਬਾਣੀ ਤੇ ਡਿੱਕੀ ਹੋਈ ਆ। ਇਹ ਗੁਰਬਾਣੀ ਸਾਡਾ ਫਾਊਂਡੇਸ਼ਨ ਹੀ ਗੁਰਬਾਣੀ ਆ। ਅਸੀਂ ਅਗਰ ਪਿੱਛੇ ਕਿਸੇ ਦੀ ਗੱਲ ਸੁਣ ਕੇ ਆਪਣੀ ਸੇਵਾ, ਆਪਣੇ ਪ੍ਰਿੰਸੀਪਲ, ਆਪਣੇ ਜਿਹੜੇ ਉਦੇਸ਼ ਨੇ, ਆਪਣੇ ਜਿਹੜੇ ਏਮ ਨੇ, ਉਹਨਾਂ ਨੂੰ ਅਗਰ ਅਸੀਂ ਛੱਡ ਦਈਏ ਤਾਂ ਮੈਂ ਸੋਚਦਾ ਇਸ ਸਮਾਜ ਤੇ ਸੇਵਾ ਕਿਸੇ ਕੋਲੋਂ ਵੀ ਨਹੀਂ ਹੋ ਸਕੇਗੀ। ਕਿ ਸਾਡੀ ਸੰਸਥਾ ਤੇ ਕੋਈ ਵੀ ਬੰਦਾ ਅਗਰ ਸ਼ਰਾਬ ਪੀਂਦਾ ਹੋਏਗਾ ਅਸੀਂ ਉਹਨੂੰ ਨਹੀਂ ਰੱਖਦੇ ਹਾਂ। तेरी पूरी 11 12 प्लस पूरी इंजीनियरिंग की पढ़ाई का जिम्मा अंकल जी लैंड है। +1 ਤੇ ਮੇਰਾ ਐਡਮਿਸ਼ਨ ਹੋ ਗਿਆ ਆ। ਮੈਂ ਹਜੇ ਬੁੱਕਸ ਸਭ ਮਿਲ ਗਈ ਆ ਮੈਨੂੰ। ਮੈਂ ਹਜੇ ਐਗਜ਼ਾਮ ਵੀ ਦਿੱਤੇ ਯੂਨਿਟ ਟੈਸਟ ਦੇ, ਤੇ ਅੱਗੇ ਦੀ ਹੁਣ ਮੇਰੀ ਪੜ੍ਹਾਈ ਚੱਲਣ ਡਈ ਆ। ਜਿੰਨੇ ਵੀ ਮੈਨੂੰ ਬੁੱਕਸ ਕਿਤਾਬ ਮਿਲੇ ਸਭ ਮੈਨੂੰ ਸੰਸਥਾ ਦੇ ਵੱਲੋਂ ਮਿਲੇ ਆ। ਉਹਨਾਂ ਨੇ ਮੈਨੂੰ ਪ੍ਰੋਵਾਈਡ ਕੀਤਾ ਜਿਹਦੇ ਕਰਕੇ ਮੈਂ ਅੱਗੇ ਕੁਝ ਕਰ ਸਕਾਂ। ਸਾਰਾ ਕੁਝ ਅਸੀਂ ਆਪ, ਸਾਡੀ ਮੈਂਬਰ ਹੈਗੇ ਬਣੇ ਨੇ, ਟੀਮ ਬਣੀ ਆ, ਉਹ ਖਰੀਦਦੀ ਆ ਔਰ ਉਹ ਉੱਥੇ ਪਹੁੰਚਾਉਂਦੀ ਆ। ਪੈਸਾ ਅਸੀਂ ਕਿਸੇ ਨੂੰ ਦੇਣ ਦੇ ਹੱਕ ਤੇ ਨਹੀਂ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪੂਰਬੀ ਭਾਰਤ, ਜਮਸ਼ੇਦਪੁਰ ਦੀ ਧਰਤੀ ਮਾਨਗੋ ਤੋਂ। ਅੱਜ ਅਸੀਂ ਫਿਰ ਇੱਕ ਨਵਾਂ ਵਿਸ਼ਾ ਲੈ ਕੇ ਆਪ ਜੀ ਦੇ ਸਨਮੁਖ ਹਾਜ਼ਰੀ ਭਰ ਰਹੇ ਹਾਂ। ਸਿੱਖ ਧਰਮ ਦਾ ਉਹ ਪ੍ਰਿੰਸੀਪਲ ਜਿਸ ਵਿੱਚ ਗੁਰੂ ਸਾਹਿਬਾਂ ਨੇ ਸਾਨੂੰ ਆਪਣੀ ਬਖਸ਼ਿਸ਼ ਦੇ ਦੁਆਰਾ ਸਿੱਖ ਤੇ ਸਿੱਖ ਨੂੰ ਗੁਰੂ ਦੇ ਨਾਲ ਸੰਬੰਧਿਤ ਕੀਤਾ। ਸਿੱਖ ਜਿੰਨਾ ਮਰਜ਼ੀ ਪੜ੍ਹ ਲਿਖ ਜਾਵੇ, ਜਿੰਨੀ ਮਰਜ਼ੀ ਵਿੱਦਿਆ ਪੜ੍ਹ ਲਵੇ, ਉੱਚੇ ਤੇ ਉੱਚਾ ਹੋ ਜਾਵੇ, ਉਹ ਗੁਰੂ ਨਹੀਂ ਬਣ ਸਕਦਾ, ਸਿੱਖ ਹੀ ਰਹੇਗਾ। ਗੁਰੂ ਨੇ ਸਿੱਖ ਧਰਮ ਦੇ ਵਿੱਚ ਆਪਣਾ ਇੱਕ ਸਥਾਨ ਇਸ ਤਰ੍ਹਾਂ ਸਥਾਪਿਤ ਕੀਤਾ ਹੈ ਕਿ ਸਿੱਖ ਦੇ ਕਿਰਦਾਰ ਨੂੰ ਬਖਸ਼ਦਾ ਜਦੋਂ ਉੱਚੀ ਪਦਵੀ 'ਤੇ ਲੈ ਕੇ ਜਾਂਦਾ ਹੈ, ਫਿਰ ਉਹ ਸਿੱਖ ਤੋਂ ਗੁਰਮੁਖ ਬਣ ਜਾਂਦਾ ਹੈ। ਅਤੇ ਇਸੇ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬ ਨੇ ਵਿੱਦਿਆ ਨੂੰ ਵੀ ਇੱਕ ਅਹਿਮ ਸਥਾਨ ਦਿੱਤਾ ਹੈ। ਇਹ ਸਿੱਖ ਧਰਮ ਇੱਕ ਨਵੇਕਲਾ ਸਥਾਨ ਹੈ ਜੋ ਐਜੂਕੇਸ਼ਨ ਨੂੰ, ਜੋ ਸਿੱਖਿਆ ਨੂੰ, ਜੋ ਵਿੱਦਿਆ ਨੂੰ ਬਹੁਤ ਸਨਮਾਨ ਦਿੰਦੀ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਆਪਣੀ ਬਾਣੀ ਰਚਨਾ ਦੁਆਰਾ ਸਿੱਖਿਆ ਦਿੱਤੀ ਹੈ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਇਹ ਨਹੀਂ ਕਿਹਾ ਵਿੱਦਿਆ ਪੜ੍ਹੀ ਤਾਂ ਪਰਉਪਕਾਰੀ, ਉਹਨਾਂ ਨੇ ਕਿਹਾ ਵਿੱਦਿਆ ਨੂੰ ਵਿਚਾਰ ਕਰ ਲੈਣਾ ਪਵੇਗਾ। ਵਿਚਾਰ ਦਾ ਮਤਲਬ ਹੁੰਦਾ ਮਨ 'ਚ ਵਸਾ ਲੈਣਾ ਪਵੇਗਾ ਅਤੇ ਉਸੇ ਰਸਤੇ 'ਤੇ ਮੁੜ ਚੱਲਣਾ ਪਵੇਗਾ। ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਅਤੇ ਇਸ ਵਿਸ਼ੇ ਵਿੱਚ ਜਿਹੜਾ ਵਿੱਦਿਆ ਦਾ ਜਿਹੜਾ ਇਹ ਵਿਸ਼ਾ ਹੈ, ਇਸ ਨੂੰ ਹੀ ਮੁੱਖ ਰੱਖਦੇ ਹੋਏ ਅਸੀਂ ਮਾਨਗੋ ਦੇ ਵਿੱਚ ਇੱਕ ਐਸੀ ਸੰਸਥਾ ਦੇ ਨਾਲ ਰੂਬਰੂ ਹੋਣ ਜਾ ਰਹੇ ਹਾਂ ਜੋ ਇਸ ਖੇਤਰ ਵਿੱਚ ਕੰਮ ਕਰ ਰਹੀ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਸਾਰੀ ਸਿੱਖਿਆ ਨੂੰ ਆਪਣੇ ਸੰਸਥਾ ਦਾ ਕੇਂਦਰ ਰੂਪ ਦੇ ਕੇ ਅਤੇ ਉਹ ਸਾਰੀ ਸਿੱਖਿਆ ਉੱਤੇ ਚੱਲ ਕੇ ਇਹਨਾਂ ਸਾਰੀਆਂ ਸੇਵਾਵਾਂ ਨੂੰ
ਨਿਭਾਉਣ ਦਾ ਮਨ ਕੀਤਾ ਤੇ ਸੇਵਾ ਨਿਭਾ ਵੀ ਰਹੇ ਨੇ। ਉਹ ਸੰਸਥਾ ਦਾ ਨਾਮ ਹੈ ਗੁਰੂ ਰਾਮਦਾਸ ਸੇਵਾ ਦਲ। ਇਸ ਵੇਲੇ ਅਸੀਂ ਗੁਰੂ ਰਾਮਦਾਸ ਸੇਵਾ ਦਲ ਦੇ ਸਾਰੇ ਸੇਵਾਦਾਰਾਂ ਦੇ ਵਿਚਕਾਰ ਖੜੇ ਹਾਂ। ਗੁਰੂ ਪੰਥ ਦੀ ਜੈ ਜੈਕਾਰ, ਗੁਰੂ ਸਾਹਿਬ ਦੇ ਸਤਿਕਾਰ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਇੱਕ ਬੁਲੰਦ ਜੈਕਾਰਾ ਗੁੰਜਾਵਾਂਗੇ, ਫਿਰ ਅਸੀਂ ਆਪਣੇ ਸਵਾਲ ਜਵਾਬ ਤੇ ਜਾਣਕਾਰੀਆਂ ਅਕਾਲ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਾਂਝੀਆਂ ਕਰਾਂਗੇ ਜੀ। ਸਭ ਤੋਂ ਪਹਿਲਾਂ ਜੀ ਇੱਕ ਜੈਕਾਰਾ ਆਪ ਜੀ ਦੇ ਮੁਖਾਰ ਬਿੰਦ ਤੋਂ ਉਚਰੇ। ਬੋਲੇ ਸੋਨੇਹਾ ਗੁਰੂ ਰਾਮਦਾਸ ਸੇਵਾ ਦਲ, ਸਾਡੇ ਕੋਲ ਆਪ ਜੀ ਦਾ ਪਰਚਾ ਹੈ ਜਿਸ ਵਿੱਚ ਆਪ ਜੀ ਨੇ ਜ਼ਰੂਰਤਮੰਦ ਜਿਹੜੇ ਸਟੂਡੈਂਟ ਸਨ ਜਾਂ ਜ਼ਰੂਰਤਮੰਦ ਬੇਸਹਾਰਾ ਬੱਚੇ ਹਨ ਜਾਂ ਉਹ ਲੋੜਵੰਦ ਮਨੁੱਖ ਜੋ ਕਿਸੇ ਨਾ ਕਿਸੇ ਕਮੀ ਕਰਕੇ ਬਿਮਾਰੀ ਦੇ ਇਲਾਜ ਨਾ ਕਰਾਉਣ ਤੋਂ ਮਰ ਜਾਂਦੇ ਹਨ, ਪੜ੍ਹਾਈ ਨਹੀਂ ਪੂਰੀ ਕਰਨ ਤੋਂ ਉਹ ਆਪਣਾ ਜੀਵਨ ਰੋਲ ਦਿੰਦੇ ਹਨ, ਜਾਂ ਧੀਆਂ ਦਾਜ ਦੇ ਇਹ ਜਿਹੜੀ ਕਰੈਤ ਹੈ ਜ਼ੁਲਮ ਤੋਂ ਤਰਸਤ ਹੋ ਕੇ ਆਤਮ ਹੱਤਿਆ ਕਰ ਲੈਂਦੀਆਂ ਹਨ। ਇਹਨਾਂ ਸਾਰਿਆਂ ਖੇਤਰ ਦੇ ਵਿੱਚ ਤੁਸੀਂ ਜੋ ਕੰਮ ਕਰ ਰਹੇ ਹੋ, ਅਸੀਂ ਅਕਾਲ ਚੈਨਲ ਦੇ ਰਾਹੀਂ ਤੁਹਾਡੇ ਨਾਲ ਰੂਬਰੂ ਹੋਵਾਂਗੇ। ਸਭ ਤੋਂ ਪਹਿਲਾਂ ਤੁਸੀਂ ਆਪਣਾ ਪਰਿਚੈ ਅਕਾਲ ਚੈਨਲ ਦੇ ਦਰਸ਼ਕਾਂ ਨੂੰ ਦਿਓ, ਫਿਰ ਅਸੀਂ ਆਪਣੀ ਗੱਲ ਅੱਗੇ ਆਪ ਜੀ ਦੇ ਨਾਲ ਜੋੜ ਕੇ ਦਰਸ਼ਕਾਂ ਤੱਕ ਰੱਖਾਂਗੇ ਜੀ। ਆਪ ਜੀ ਦਾ ਸ਼ੁਭ ਪਰਿਚੈ ਦਿਓ ਜੀ। ਦੇਸ਼ ਵਿਦੇਸ਼ਾਂ ਵਿੱਚ ਬੈਠੇ ਦਰਸ਼ਕਗਣ, ਸਭ ਤੋਂ ਪਹਿਲਾਂ ਗੁਰਦਿਆਲ ਸਿੰਘ ਗੁਰੂ ਰਾਮਦਾਸ ਸੇਵਾ ਦਲ ਸੁਨਾਰੀ ਜਮਸ਼ੇਦਪੁਰ ਦਾ ਇੱਕ ਸੇਵਾਦਾਰ ਆਪ ਨੂੰ ਫਤਿਹ ਬੋਲ ਰਿਹਾ ਹੈ। ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦਿਆਲ ਸਿੰਘ ਜੀ, ਗੁਰੂ ਰਾਮਦਾਸ ਸੇਵਾ ਦਲ ਜੋ ਕਿ ਸੁਨਾਰੀ ਵਿਖੇ ਸਥਿਤ ਹੈ, ਤੇ ਤੁਸੀਂ ਇਸ ਪਰਚੇ ਦੇ ਰਾਹੀਂ ਜਿਹੜੀਆਂ ਸੂਚਨਾਵਾਂ ਦਿੱਤੀਆਂ ਹਨ, ਆਪਣੇ ਸ਼ਬਦਾਂ ਦੇ ਵਿੱਚ ਸੰਖੇਪ ਰੂਪ 'ਚ ਇਸ ਸੰਸਥਾ ਦਾ ਇੰਟਰੋਡਕਸ਼ਨ ਦਰਸ਼ਕਾਂ ਤੱਕ ਪਹੁੰਚਾਓ ਜੀ। ਗੁਰੂ ਰਾਮਦਾਸ ਸੇਵਾ ਦਲ ਸੁਨਾਰੀ ਜਮਸ਼ੇਦਪੁਰ, ਅਸੀਂ ਸਾਰੇ ਡਾਕਟਰਸ, ਇੰਜੀਨੀਅਰਸ, ਬੈਂਕ ਮੈਨੇਜਰਸ, ਜੱਜਸ, ਕੁਆਲੀਫਾਈਡ ਜਿੰਨੇ ਵੀ ਸੀ ਸਾਰੇ ਨੇ ਅਸੀਂ ਮਿਲ ਕੇ ਸੋਚਿਆ ਇੱਕ ਸੰਸਥਾ ਬਣਾਈ ਜਾਵੇ। ਉਹ ਜ਼ਰੂਰਤਮੰਦ ਜਿਹੜੇ ਬੱਚੇ ਜਿਨ੍ਹਾਂ ਦੀ ਪੜ੍ਹਾਈ ਰੁਕਦੀ ਆ ਉਹਨਾਂ ਨੂੰ ਪੜ੍ਹਾਈ ਕੀਤੀ ਜਾਵੇ। ਜਿਨ੍ਹਾਂ ਬੱਚਿਆਂ ਨੂੰ ਸ਼ਾਦੀ ਨਹੀਂ ਹੋ ਰਹੀ, ਵਿਆਹ ਨਹੀਂ ਹੋ ਰਿਹਾ, ਉਹਨਾਂ ਦੇ ਵਿਆਹ ਕੀਤੇ ਜਾਣ। ਫੀਸ ਦੇਣੀ, ਬੱਚਿਆਂ ਦੇ ਬੁੱਕਸ, ਬੱਚਿਆਂ ਦੇ ਬੈਗ, ਘਰ ਵਸਾਏ ਜਾਣ। ਇਹ ਸਭ ਨੂੰ ਸੋਚ ਕੇ ਅਸੀਂ ਇੱਕ ਸੰਸਥਾ ਬਣਾਈ ਗੁਰੂ ਰਾਮਦਾਸ ਸੇਵਾ ਦਲ ਸੁਨਾਰੀ ਜਮਸ਼ੇਦਪੁਰ, ਜਿਹੜੀ ਕਿ ਬੜੀ ਹੀ ਬਾਬੇ ਦੀ ਮਿਹਰ ਹੈ, ਗੁਰੂ ਰਾਮਦਾਸ ਜੀ ਦੀ ਮਿਹਰ ਹੈ। ਜਿਹੜੀ ਸੰਸਥਾ ਬਹੁਤ ਸੋਹਣੀ ਚੱਲ ਰਹੀ ਹੈ ਔਰ ਸੇਵਾ ਵਿੱਚ ਸਾਰੀ ਟੀਮ ਤਨ ਮਨ ਨਾਲ ਸੇਵਾ ਕਰ ਰਹੀ ਹੈ। ਅਸੀਂ ਅੱਗੇ ਵੱਧ ਕੇ ਸੇਵਾ ਕਰ ਰਹੇ ਹਾਂ। ਜਮਸ਼ੇਦਪੁਰ ਵਿੱਚ ਗੁਰੂ ਰਾਮਦਾਸ ਸੇਵਾ ਸੁਨਾਰੀ ਦਾ ਕਾਫੀ ਚੰਗਾ ਨਾਮ ਵੀ ਹੈ ਕਿ ਸੇਵਾਦਾਰ ਬਹੁਤ ਚੰਗੇ ਹਨ ਜਿਹੜਾ ਸੇਵਾ ਕਰ ਰਹੇ ਨੇ। ਅਸੀਂ ਸ਼ਾਰਟ ਦੇ ਵਿੱਚ ਸਾਰਿਆਂ ਤੋਂ ਨਾਮ ਪੁੱਛਾਂਗੇ। ਸਾਰੇ ਆਪਣੇ ਨਾਮ ਅਕਾਲ ਚੈਨਲ ਦੇ ਰਾਹੀਂ ਦੱਸੋ ਜੀ। ਆਪ ਜੀ ਦਾ ਸ਼ੁਭ ਨਾਮ ਜੀ? ਰਣਜੀਤ ਸਿੰਘ ਸੁਨਾਰੀ ਜਮਸ਼ੇਦਪੁਰ। ਹਾਂਜੀ, ਆਪ ਜੀ ਦਾ ਸ਼ੁਭ ਨਾਮ ਜੀ? ਸਰਬਜੀਤ ਸਿੰਘ। ਸਰਬਜੀਤ ਸਿੰਘ ਜੀ। ਇਕਬਾਲ ਸਿੰਘ ਜੀ ਮਾਨਗੋ। ਇਕਬਾਲ ਸਿੰਘ। ਹਾਂਜੀ। ਦਾਸ ਭਗਵਾਨ ਸਿੰਘ ਜੀ। ਹਾਂਜੀ। ਗੁਰਦਿਆਲ ਸਿੰਘ ਜੀ ਸੁਨਾਰੀ। ਸਰਦਾਰ ਮਨਜੀਤ ਸਿੰਘ ਜੀ। ਹਾਂਜੀ। ਗੁਰੂ ਰਾਮਦਾਸ ਸੇਵਾ ਦਲ ਦਾ ਮੁੱਖ ਸੇਵਾਦਾਰ ਬਲਬੀਰ ਸਿੰਘ। ਬਲਵੰਤ ਸਿੰਘ ਗੁਰੂ ਰਾਮਦਾਸ ਜੀ ਸੇਵਾ ਦਲ ਦਾ ਸੇਵਾਦਾਰ। ਹਾਂਜੀ, ਵਾਹਿਗੁਰੂ ਜੀ। ਹਰਬੰਸ ਸਿੰਘ ਗੁਰਦੁਆਰਾ ਗੁਰੂ ਰਾਮਦਾਸ ਸੇਵਾ ਦਲ ਦੇ ਸੇਵਾਦਾਰ। ਹਰਭਜਨ ਸਿੰਘ ਸੇਵਾਦਾਰ ਗੁਰੂ ਰਾਮਦਾਸ ਸੇਵਾ ਦਲ ਸੁਨਾਰੀ। ਹਾਂਜੀ। ਸੁਖਦੇਵ ਸਿੰਘ। ਸੁਖਦੇਵ ਸਿੰਘ। ਜਸਵੰਤ ਸਿੰਘ ਮਾਨਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋਗਿੰਦਰ ਸਿੰਘ ਗੁਰੂ ਰਾਮਦਾਸ ਸੇਵਾ ਦਲ ਦਾ ਸੇਵਾਦਾਰ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਭਜਨ ਸਿੰਘ ਗੁਰੂ ਰਾਮਦਾਸ ਸੇਵਾ ਦਲ ਸੁਨਾਰੀ ਜਮਸ਼ੇਦਪੁਰ। ਯਸ਼ਵੰਤ ਸਿੰਘ ਗੁਰੂ ਰਾਮਦਾਸ ਸੇਵਾ ਦਲ ਸੁਨਾਰੀ ਜਮਸ਼ੇਦਪੁਰ। ਇਹ ਸਾਰੇ ਜਿਨ੍ਹਾਂ ਨੇ ਇੰਟਰੋਡਕਸ਼ਨ ਦਿੱਤਾ ਤੁਹਾਡੀ ਕਮੇਟੀ ਦੇ ਕਿਸ ਰੂਪ ਚ ਅੰਗ ਹਨ?
ਅਸੀਂ ਗੁਰੂ ਰਾਮਦਾਸ ਸੇਵਾ ਦਲ ਦੀ ਜਿਹੜੀ ਸੁਸਾਇਟੀ ਬਣਾਈ ਹੈ, ਕੋਸ਼ਿਸ਼ ਕੀਤੀ ਕਿ ਕਿਸੇ ਨੂੰ ਬਹੁਤ ਵੱਡੀ ਪਦਵੀ ਨਾ ਦਿੱਤੀ ਜਾਏ ਤਾਂ ਕਿ ਸਾਡੇ ਕੰਮ ਨਾ ਹੋਣ। ਅਸੀਂ ਸਾਰੇ ਸੇਵਾਦਾਰ ਹਾਂ। ਪ੍ਰਧਾਨ ਸਾਹਿਬ ਸਾਡੇ ਜਿਹੜਾ ਉਹ ਆਪਣੇ ਆਪ ਨੂੰ ਉਹ ਵੀ ਸੇਵਾਦਾਰ ਬੋਲਦੇ ਨੇ, ਮੁੱਖ ਸੇਵਾਦਾਰ ਹਨ। ਉਹਨਾਂ ਦੀ ਨਿਗਰਾਨੀ ਅਸੀਂ ਸਾਰੇ ਰਹਿੰਦੇ ਹਾਂ, ਲੇਕਿਨ ਅਸੀਂ ਸੇਵਾਦਾਰ ਦੇ ਰੂਪ 'ਤੇ ਹੀ ਕੰਮ ਕਰਦੇ ਹਾਂ ਤਾਂ ਕਿ ਕਿਸੇ ਪ੍ਰਕਾਰ ਦਾ ਸਾਨੂੰ ਆਪਸ 'ਤੇ ਗਰੂਰ ਨਾ ਆ ਜਾਵੇ ਕਿ ਮੇਰਾ ਇਹ ਪੋਸਟ ਹੈ, ਮੈਂ ਇਹ ਸੇਵਾ ਕਰਦਾ ਵਾਂ। ਉਸ ਗਰੂਰ ਨੂੰ ਹਟਾਉਂਦੇ ਹੋਏ ਅਸੀਂ ਗੁਰੂ ਰਾਮਦਾਸ ਜੀ ਦੇ ਸੇਵਾਦਾਰ ਹਾਂ। ਸੇਵਾ ਕਰਨਾ ਸਾਡਾ ਧਰਮ ਹੈ, ਸਾਡਾ ਲਕਸ਼ ਹੈ, ਅਸੀਂ ਉਸੇ 'ਤੇ ਰੁੱਝੇ ਰਹਿੰਦੇ ਹਾਂ। ਤੁਹਾਨੂੰ ਇੱਕ ਸਵਾਲ ਹੈ, ਤੁਹਾਨੂੰ ਕੋਈ ਪੋਸਟ ਨਹੀਂ ਦਿੱਤੀ ਗਈ ਪਰ ਤੁਹਾਨੂੰ ਇਸ ਸੰਸਥਾ ਵਿੱਚ ਸੇਵਾ ਦੇ ਤੌਰ ਤੇ ਰੱਖਿਆ ਹੈ, ਕੀ ਕਹੋਗੇ ਇਸ ਬਾਰੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਅਕਾਲ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਕਿ ਆਪ ਜੀ ਨੇ ਸਾਨੂੰ ਸੰਗਤਾਂ ਦੇ ਰੂਬਰੂ ਕੀਤਾ ਹੈ। ਗੁਰੂ ਰਾਮਦਾਸ ਸੇਵਾ ਦਲ ਅੱਜ ਤੋਂ 3 ਸਾਲ ਪਹਿਲੇ ਜਦੋਂ ਅਸੀਂ ਗਠਨ ਕੀਤਾ ਸੀ, ਸਾਡਾ ਮੁੱਖ ਉਦੇਸ਼ ਸੀ ਜਿਹੜੇ ਨਿਸਹਾਏ ਬੱਚੇ ਜਾਂ ਨਿਸਹਾਏ ਪਰਿਵਾਰ ਜਿਹੜੇ ਆਪਣੇ ਬੱਚਿਆਂ ਦਾ ਵਿਆਹ ਨਹੀਂ ਕਰ ਸਕਦੇ ਜਾਂ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ ਜਾਂ ਆਪਣੇ ਬਿਮਾਰੀ ਦਾ ਇਲਾਜ ਨਹੀਂ ਕਰਵਾ ਸਕਦੇ, ਉਹਨਾਂ ਜਿਹੜੀਆਂ ਧੀਆਂ ਦਾਜ ਦੇ ਕਰਕੇ ਨਹੀਂ ਵਿਆਹੀਆਂ ਜਾ ਰਹੀਆਂ ਨੇ, ਘਰਾਂ 'ਚ ਬੈਠੀਆਂ ਹੋਈਆਂ। ਹਾਂਜੀ, ਉਹਨਾਂ ਦਾ ਬੇਸਿਕ ਦਾਜ ਦਾਵਣ ਜੋ ਹੁੰਦਾ ਕੋਸ਼ਿਸ਼ ਕਰਕੇ ਵੱਧ ਤੋਂ ਵੱਧ ਦੇ ਕੇ ਅਸੀਂ ਬਰਾਤ ਦੀ ਸੇਵਾ ਕਰਨੀ, ਰੋਟੀ ਪਾਣੀ ਕਰਨੀ। ਜਿਸ ਤਰ੍ਹਾਂ ਘਰੇਲੂ ਵਿਆਹ ਹੁੰਦੇ ਨੇ ਉਸ ਤਰ੍ਹਾਂ ਅਸੀਂ ਕੋਸ਼ਿਸ਼ ਕਰਕੇ ਵਿਆਹ ਕਰਦੇ ਹਾਂ, ਕਾਫੀ ਕੀਤੇ ਨੇ। ਅੱਗੋਂ ਵੀ ਸਾਡਾ ਇਹ ਮਕਸਦ ਹੈ ਕਿ ਵੱਧ ਤੋਂ ਵੱਧ ਗੁਰੂ ਮਹਾਰਾਜ ਸਾਨੂੰ ਹਿੰਮਤ ਬਖਸ਼ਣ, ਸਾਡੇ ਕੋਲ ਸੇਵਾ ਲੈਂਦੇ ਰਹਿਣ। ਔਰ ਬਾਕੀ ਤੁਸੀਂ ਸਾਡੇ ਕੋਲ ਪੁੱਛਿਆ ਪੋਸਟ ਦੇ ਬਾਰੇ, ਸਾਨੂੰ ਪੋਸਟ ਦੀ ਕੋਈ ਲਾਲਚ ਨਹੀਂ ਹੈ। ਸਾਡਾ ਮੁੱਖ ਉਦੇਸ਼ ਹੈ ਸੇਵਾ ਕਰਨੀ ਸੰਗਤ ਦੀ। ਸਾਡੇ ਸੁਭਾਗੇ ਨੇ ਸਾਨੂੰ ਮੌਕਾ ਮਿਲਿਆ ਸੇਵਾ ਕਰਨ ਦਾ। ਗੁਰੂ ਮਹਾਰਾਜ ਜੀ ਦਾ ਬਹੁਤ ਬਹੁਤ ਸ਼ੁਕਰਾਨਾ। ਤੁਹਾਡਾ ਇੱਕ ਵਾਰ ਸ਼ੁਭ ਨਾਮ ਦੱਸੋ ਤੁਸੀਂ? ਬਲਬੀਰ ਸਿੰਘ, ਮੁੱਖ ਸੇਵਾਦਾਰ, ਗੁਰੂ ਰਾਮਦਾਸ ਸੇਵਾ ਦਲ। ਮੁੱਖ ਸੇਵਾਦਾਰ ਦਾ ਅਰਥ ਹੁੰਦਾ ਹੈ ਕਿ ਇਹ ਪ੍ਰੈਸੀਡੈਂਟ ਦੀ ਪੋਸਟ ਹੋਲਡ ਕਰਦੇ ਹਨ। ਤੁਹਾਨੂੰ ਮਹਿਸੂਸ ਨਹੀਂ ਹੁੰਦਾ ਪ੍ਰੈਸੀਡੈਂਟ ਨਾ ਕਹਿ ਕੇ ਮੁੱਖ ਸੇਵਾਦਾਰ ਦੇ ਤੌਰ ਤੇ ਤੁਹਾਨੂੰ ਪੇਸ਼ ਕੀਤਾ ਜਾਂਦਾ ਹੈ? ਮੈਂ ਸੇਵਾ ਕਰਨਾ ਚਾਹੁੰਦਾ ਤੇ ਸੇਵਾ ਹੋਣ ਡਈ ਆ। ਗਰੀਬ ਬੱਚਿਆਂ ਦੀ ਵੀ ਸੇਵਾ ਹੋਣ ਡਈ ਆ, ਵਿਆਹ ਸ਼ਾਦੀ ਦੇ ਹੋਣ ਡਿਆ, ਕਿਸੇ ਨੂੰ ਲੋੜਵੰਦ ਨੂੰ ਕੁਝ ਵੀ ਹੁੰਦਾ ਤੇ ਅਸੀਂ ਸਭ ਤੋਂ ਅੱਗੇ ਰਹਿੰਦੇ। ਸਾਰਾ ਗਰੁੱਪ ਸਾਡੇ ਨਾਲ ਆ। ਕਿਸੇ ਨੂੰ ਵੀ ਕੋਈ ਚੀਜ਼ ਦੀ ਲੋੜ ਹੁੰਦੀ ਅਸੀਂ ਦਿੰਦੇ ਆ, ਚਾਹੇ ਉਹਦੇ ਬੱਚੇ ਦਾ ਡਰੈਸ ਹੋਏ ਤੇ ਬੱਚੇ ਦਾ ਬੈਗ ਹੋਏ, ਸਕੂਲ ਦੀ ਫੀਸ ਹੋਏ, ਗਰੀਬ ਬੱਚੇ ਦੀ। ਜੇ ਕਿਸੇ ਦੀ ਤਲਾਕ ਦੀ ਨੌਬਤ ਆਉਂਦੀ ਹੈ ਕਿਸੇ ਬੱਚੇ ਦੀ, ਉਹਦਾ ਵੀ ਅਸੀਂ ਮਤਲਬ ਮੀਡੀਏਟਰ ਬਣ ਕੇ ਅਸੀਂ ਸਭ ਕੁਝ ਮਤਲਬ ਚਾਹੁੰਦੇ ਹਾਂ ਕਿ ਕਿਸੇ ਦਾ ਪਰਿਵਾਰ ਟੁੱਟੇ ਨਾ, ਵਸ ਜਾਏ। ਤੇ ਉਹ ਸਭ ਸਾਡੀ ਸੇਵਾ ਨਿਸਵਾਰਥ ਸੇਵਾ ਹੋਣ ਡਈ ਆ। ਤੇ ਸਾਡੀ ਮਤਲਬ ਕਿਸੇ ਚੀਜ਼ ਦੀ ਰਾਮਦਾਸ ਸੇਵਾ ਦਲ ਵਾਲੇ ਨੂੰ ਗੁਰੂ ਰਾਮਦਾਸ ਦਾ ਪੂਰਾ ਸਾਡਾ ਉੱਤੇ ਮਿਹਰ ਭਰਾ ਹੱਥ ਆ ਤੇ ਅਸੀਂ ਕੋਈ ਚੀਜ਼ ਦੀ ਕਮੀ ਨਹੀਂ ਹੈ ਸਾਨੂੰ। ਤੇ ਅਸੀਂ ਚਾਹੁੰਦੇ ਹਾਂ ਕਿ ਇੱਦਾਂ ਹੀ ਚੱਲਦਾ ਰਹੇ। ਕਿਸੇ ਦੀ ਵੀ ਸੇਵਾ ਦੀ ਕਿਸੇ ਦੀ ਵੀ ਲੋੜ ਹੁੰਦੀ ਆ ਤੇ ਅਸੀਂ ਸਭ ਤੋਂ ਅੱਗੇ ਵੱਧ ਚੜ੍ਹ ਕੇ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਕਰਨ ਵੀ ਡਏ ਹਾਂ। ਗਾੜੀ ਜਿਹਨੂੰ ਵੀ ਲੋੜ ਹੋਵੇ ਸਾਡੇ ਐਡਰੈਸ ਲੈ ਕੇ ਸਾਡੇ ਕੋਲ ਆ ਸਕਦੇ ਆ। ਜਮਸ਼ੇਦਪੁਰ ਸੁਨਾਰੀ ਵਿਖੇ ਜਦੋਂ ਮਰਜ਼ੀ ਆਏ, ਅਸੀਂ ਇਕਜੁੱਟ ਹੋ ਕੇ ਸਾਰੇ ਇੱਕ ਵਾਰੀ ਪੂਰੀ ਸੇਵਾ ਕਰਨ ਨੂੰ ਤਿਆਰ ਹਾਂ। ਸਤਿਕਾਰਯੋਗ ਸਾਧ ਸੰਗਤ ਜੀ ਅਤੇ ਸਾਡੇ ਸਾਰੇ ਸਤਿਕਾਰਯੋਗ ਦਰਸ਼ਕ, ਅਸੀਂ ਆਪ ਜੀ ਨੂੰ ਇੱਕ ਇਹ ਨਵੇਕਲੀ ਨਿਊਜ਼ ਦੇ ਨਾਲ ਰੂਬਰੂ ਕਰਾ ਰਹੇ ਹਾਂ। ਦੇਖੋ ਕਿਸ ਤਰ੍ਹਾਂ ਦੀ ਇਹ ਸੰਸਥਾ ਹੈ। ਇੱਥੋਂ ਦੇ ਪ੍ਰੈਸੀਡੈਂਟ ਕਹਿੰਦੇ ਨੇ ਸਾਨੂੰ ਪੋਸਟ ਦੀ ਲੋੜ ਨਹੀਂ, ਸਾਨੂੰ ਬੇਸ਼ੱਕ ਸਧਾਰਨ ਸੇਵਾਦਾਰ ਦੇ ਤੌਰ ਤੇ ਹੀ ਰੱਖਿਆ ਜਾਵੇ। ਤੇ ਅਸੀਂ ਕਦੀ ਸਿੱਖ ਪੰਥ ਵਿੱਚ ਐਸੀਆਂ ਲੜਾਈਆਂ ਦਾ ਵੀ ਸਾਹਮਣਾ ਕਰਦੇ ਹਾਂ ਜਿੱਥੇ ਪੋਸਟਾਂ ਕਰਕੇ ਇੱਕ ਦੂਸਰੇ ਦੀਆਂ ਦਸਤਾਰਾਂ 'ਤੇ ਹੱਥ ਪੈਂਦੇ ਹਨ। ਇਹ ਕਿਸ ਤਰ੍ਹਾਂ ਦਾ ਆਪਸ ਦਾ ਭਾਈਚਾਰਾ ਇੱਕ ਸਾਨੂੰ ਮਿਸਾਲ ਪੇਸ਼ ਕਰ ਰਿਹਾ ਹੈ। ਜਿਸ ਤਰ੍ਹਾਂ ਦਾ ਮਾਹੌਲ ਸਾਰੀ ਸਿੱਖੀ ਤੇ ਸਾਰੇ ਸਮਾਜ ਵਿੱਚ ਆ ਜਾਵੇ, ਸਾਡਾ ਭਾਈਚਾਰਾ ਸਦਾ ਲਈ ਕਾਇਮ ਹੋ ਜਾਵੇ। ਮੈਂ ਇਹਨਾਂ ਨੂੰ ਫਿਰ ਇੱਕ ਕੜੱਤਨ ਭਰਿਆ ਸਵਾਲ ਜ਼ਰੂਰ ਕਰਾਂਗਾ ਤਾਂ ਕਿ ਮੈਂ ਪੁੱਛਣਾ ਚਾਹੁੰਦਾ ਹਾਂ, ਇਸ ਅੰਮ੍ਰਿਤ ਰੂਪੀ ਸਰੀਰ ਦੇ ਵਿੱਚ ਕਿਤੇ ਕੋਈ ਜ਼ਹਿਰ ਦੀ ਬੂੰਦ ਤਾਂ ਨਹੀਂ ਬਾਕੀ ਹੈ? ਤੁਹਾਨੂੰ ਜੇ ਭੀੜ ਦੇ ਵਿੱਚ ਇੱਕ ਚੁਣੌਤੀ ਮਿਲੇ ਕਿ ਤੁਸੀਂ ਇਸ ਸੰਸਥਾ 'ਚ ਪੈਸੇ ਖਾ ਰਹੇ ਹੋ, ਤੁਹਾਨੂੰ ਜੇ ਕਹੇ ਕਿ ਤੁਸੀਂ ਇਹ ਸਾਰਾ ਢੋਂਗ ਤੇ ਡਰਾਮਾ ਕਰ ਰਹੇ ਹੋ, ਤੁਸੀਂ ਅਸਲ ਵਿੱਚ ਕੁਝ ਹੋਰ ਹੋ ਤੇ ਤੁਸੀਂ ਜਿਹੜੀਆਂ ਗੱਲਾਂ ਕਹਿ ਰਹੇ ਹੋ ਸਾਰੀਆਂ ਝੂਠੀਆਂ ਹਨ, ਤੇ ਤੁਸੀਂ ਇਹ ਚੁਣੌਤੀ ਦਾ ਕਿਵੇਂ ਸਾਹਮਣਾ ਕਰਦੇ ਹੋ? ਸਮਾਜ ਨੂੰ ਬੋਲਣ ਦਾ ਅਧਿਕਾਰ ਆ, ਕੁਛ ਵੀ ਕਿਸੇ ਨੂੰ ਕੁਛ ਵੀ ਬੋਲ ਸਕਦਾ, ਲੇਕਿਨ ਅਸੀਂ ਜਿਹੜੇ ਨਿਸਵਾਰਥ ਸੇਵਾ ਕਰਨ ਦੇ ਸਾਡਾ ਦਿਲ ਜਾਣਦਾ, ਸਾਡਾ ਵਾਹਿਗੁਰੂ ਜਾਣਦਾ। ਤੇ ਵਾਹਿਗੁਰੂ ਕੋਲੋਂ ਅਸੀਂ ਸਿੱਖਿਆ ਲਈ ਆ ਕਿ ਕੀਰਤ ਕਰੋ, ਨਾਮ ਜਪੋ, ਵੰਡ ਛਕੋ। ਤੇ ਅਸੀਂ ਉਹ ਕਰ ਰਹੇ ਹਾਂ ਤੇ ਅਸੀਂ ਉਹ ਕਰਦੇ ਰਵਾਂਗੇ। ਦੁਨੀਆ ਦਾ 10 ਮੂੰਹ 10 ਗੱਲਾਂ ਨਿਕਲਦੀਆਂ ਤੇ ਅਸੀਂ ਉੱਧਰ ਧਿਆਨ ਦੇਵਾਂਗੇ ਤੇ ਅਸੀਂ ਆਪਣਾ ਕੁਛ ਕੰਮ ਹੀ ਨਹੀਂ ਕਰ ਸਕਦੇ। ਤੇ ਇਸ ਕਰਕੇ ਇੱਕ ਜਾਨਵਰ ਆਪਣਾ ਆਪ ਢਿੱਡ ਭਰ ਸਕਦਾ
ਤੇ ਅਸੀਂ ਤਾਂ ਇਨਸਾਨ, ਸਾਨੂੰ ਵਾਹਿਗੁਰੂ ਨੇ ਇਨਸਾਨੀਅਤ ਦਿੱਤੀ ਹੈ ਤੇ ਅਸੀਂ ਇਨਸਾਨੀਅਤ ਦੇ ਨਾਤੇ ਸਭ ਕੁਝ ਸੇਵਾ ਕਰਨ ਨੂੰ ਸਾਡਾ ਭਾਵ ਆ ਤੇ ਸੇਵਾ ਕਰਦੇ ਹਾਂ। ਤੇ ਇੱਕ ਜਾਨਵਰ ਆਪਣਾ ਢਿੱਡ ਭਰ ਸਕਦਾ ਤੇ ਇਨਸਾਨ ਤੇ ਦੂਸਰੇ ਦੀ ਸੇਵਾ ਕਰਨ ਦਾ ਪੂਰਾ ਅੱਗੇ ਵੱਧ ਕੇ ਕਰਨਾ ਚਾਹੀਦਾ। ਜਦੋਂ ਆਪਣਾ ਢਿੱਡ ਭਰਿਆ ਤੇ ਉਹ ਤਾਂ ਜਾਨਵਰ ਵੀ ਭਰ ਲੈਂਦਾ। ਤੇ ਇਸ ਕਰਕੇ ਇਨਸਾਨ ਨੂੰ ਇਨਸਾਨੀਅਤ ਦਿਖਾਉਣੀ ਚਾਹੀਦੀ। ਅਗਲੇ ਦੀ ਸੇਵਾ ਭਾਵ ਕਰੋ, ਉਹ ਸਭ ਤੋਂ ਵਧੀਆ ਕੰਮ ਹੁੰਦਾ। ਤੇ ਅਸੀਂ ਗੁਰੂ ਸਾਹਿਬ ਕੋਲੋਂ ਉਹ ਸਿੱਖਿਆ ਲਈ ਹੈ ਤੇ ਉਹ ਕਰਨਾ ਚਾਹੁੰਦੇ। ਕਿਸੇ ਨੂੰ ਵੀ ਲੋੜ ਹੋਏ, ਅਸੀਂ ਇੱਕ ਪੈਰ 'ਚ ਖਲੋਤੇ ਹਾਂ, ਉਹਨਾਂ ਦੀ ਸੇਵਾ ਕਰਨ ਨੂੰ ਤਿਆਰ ਹਾਂ। ਆਪ 2 ਰੋਟੀਆਂ ਦੀ ਜਗ੍ਹਾ 1 ਰੋਟੀ ਖਾ ਲਾਂਗੇ, ਲੇਕਿਨ ਕਿਸੇ ਦੀ ਸੇਵਾ ਕਰੋ। ਉਹੀ ਗੁਰੂ ਸਾਹਿਬ ਤੋਂ ਸਾਡੀ ਸਿੱਖਿਆ ਹੈ। ਉਹੀ ਅਸੀਂ ਉਸੇ ਰਸਤੇ 'ਚ ਗਾੜੀ ਵੀ ਚੱਲਣਾ, ਹੁਣ ਵੀ ਚੱਲ ਰਹੇ ਹਾਂ। ਮਤਲਬ ਬਿਰਤੀ ਜਿਹੜੀ ਹੈ ਉਹ ਤੁਸੀਂ ਗੁਰੂ ਦੇ ਨਾਲ ਹੀ ਜੋੜ ਕੇ ਰੱਖਦੇ ਹੋ, ਭਾਵੇਂ ਤੁਹਾਨੂੰ ਜਿੰਨਾ ਮਰਜ਼ੀ ਜਲੀਲ ਜਾਂ ਗੱਲਾਂ ਕਹੇ, ਤੁਹਾਨੂੰ ਅੰਦਰਲਾ ਜਿਹੜਾ ਭਰੋਸਾ ਤੇ ਵਿਸ਼ਵਾਸ ਹੈ ਉਹ ਅਡੋਲ ਹੋ ਕੇ ਤੁਹਾਨੂੰ ਡੋਲਣ ਨਹੀਂ ਦਿੰਦਾ। ਡੋਲਣ ਦਾ ਸਵਾਲ ਹੀ ਨਹੀਂ ਹੈ। ਗੁਰੂ ਸਾਹਿਬ ਕੋਲੋਂ ਅਸੀਂ ਜਿੱਦਾਂ ਦਾ ਸਾਨੂੰ ਫਰਮਾਨ ਜਾਰੀ ਹੁੰਦਾ ਤੇ ਜਿੱਦਾਂ ਸਾਨੂੰ ਸਿੱਖਿਆ ਮਿਲੀ ਆ, ਅਸੀਂ ਪੜ੍ਹਨ ਡਏ ਆ, ਸਿੱਖਿਆ ਕੁਛ ਸਿੱਖਣ ਡਏ, ਕੁਛ ਨਹੀਂ ਵੀ ਸਿੱਖੇ, ਗਾੜੀ ਸਿੱਖ ਵੀ ਰਹੇ ਹਾਂ। ਤਾਂ ਅਸੀਂ ਸਿੱਖੀ ਦੇ ਰਸਤੇ ਹੀ ਚੱਲਣਾ ਵਾ। ਵਿਦਿਆ ਦੇ ਅਦਾਰੇ, ਗੁਣੀ ਗਿਆਨੀ, ਆਪਣੀ ਆਪਣੀ ਫੀਲਡ 'ਚ ਵਕੀਲ, ਡਾਕਟਰ, ਇੰਜੀਨੀਅਰ, ਵੱਡੇ ਵੱਡੇ ਅਹੁਦਿਆਂ 'ਤੇ ਕੰਮ ਕਰਨ ਵਾਲੇ ਸਿੱਖ ਸ਼ਖਸੀਅਤਾਂ ਇਹ ਸੰਸਥਾ ਮਿਲ ਕੇ ਸੇਵਾ ਦਾ ਕੰਮ ਕਰ ਰਹੀ ਹੈ। ਆਪਣੇ ਆਪ 'ਚ ਇੱਕ ਅਜੋਕੀ ਮਿਸਾਲ ਇਹ ਸੋਨਾਰੀ ਵਾਲਿਆਂ ਨੇ ਸਾਰੇ ਜਮਸ਼ੇਦਪੁਰ 'ਚ ਕਾਇਮ ਰੱਖੀ ਹੈ। ਮੈਂ ਫਤਿਹ ਦੀ ਸਾਂਝ ਕਰਦਾ ਹਾਂ ਅਕਾਲ ਚੈਨਲ ਵੱਲੋਂ। ਇੱਕ ਵਾਰ ਆਪਣਾ ਪਰਿਚੈ ਫੇਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕਿਸ ਫੀਲਡ 'ਚ ਕੰਮ ਕਰਦੇ ਹੋ? ਇਸ ਵਕਤ ਮੈਂ ਇਸ ਗੁਰੂ ਰਾਮਦਾਸ ਸੇਵਾ ਦਲ ਦੇ ਨਾਲ ਹੀ ਮਿਲ ਕੇ ਕੰਮ ਕਰ ਰਿਹਾ, ਲੇਕਿਨ ਮੇਰਾ ਬਚਪਨ ਗੁਰਦੁਆਰਿਆਂ 'ਚ ਹੀ ਰਿਹਾ ਵਾ। ਮੇਰਾ ਬਾਪੂ ਵੀ 14-15 ਸਾਲ ਬਿਸ਼ਟਪੁਰ ਗੁਰਦੁਆਰੇ ਦੇ ਜਨਰਲ ਸੈਕਟਰੀ ਰਹੇ। ਉਸ ਦੇ ਬਾਅਦ ਅਸੀਂ ਪੜ੍ਹਾਈਆਂ ਕਰਨ ਚਲੇ ਗਏ, ਨੌਕਰੀ ਚਲੇ ਗਏ। ਫਿਰ ਪਿਛਲੇ 10-12 ਸਾਲ ਤੋਂ ਗੁਰਦਿਆਲ ਸਿੰਘ ਦੇ ਨਾਲ ਗੁਰਦੁਆਰੇ ਜੁੜ ਗਏ ਅਤੇ ਗੁਰਦੁਆਰੇ ਨਿਸ਼ਕਾਮ ਸੇਵਾ ਕਰਦੇ ਰਹੇ। ਜਿਹੜਾ ਅਸੀਂ ਇਹ ਕਹਿੰਦੇ ਸੀ, ਜਿਹੜਾ ਕੰਮ ਤੁਹਾਤੋਂ ਨਹੀਂ ਹੁੰਦਾ ਸਾਨੂੰ ਉਹ ਕੰਮ ਦਿਆ ਕਰੋ। ਨਹੀਂ, ਤੁਹਾਡਾ ਬੈਕਗਰਾਉਂਡ ਸੁਣਿਆ ਕੋਈ ਸਾਇੰਸ ਸਬਜੈਕਟ ਉੱਤੇ ਨਾਲ ਰਿਲੇਟਡ ਹੈ? ਅਸੀਂ ਬਚਪਨ ਤੋਂ ਹੀ ਇੱਥੋਂ ਜਮਸ਼ੇਦਪੁਰ ਹੀ ਮੈਟ੍ਰਿਕ ਪਾਸ ਕੀਤੀ ਆ। ਇੱਥੋਂ ਚਲੇ ਗਏ 1956 ਬਨਾਰਸ ਚਲੇ ਗਏ। ਉੱਥੇ ਨਹੀਂ, ਤੁਸੀਂ ਜਿਹੜੀ ਲਾਸਟ ਤੁਹਾਡੀ ਵਰਕਿੰਗ ਕੁਆਲੀਫਿਕੇਸ਼ਨ ਹੈ ਉਹ ਦੱਸੋ। ਸਾਰੇ ਕੈਰੀਅਰ ਦੀ ਡਿਟੇਲ ਨਹੀਂ ਚਾਹੀਦੀ। ਓਕੇ, ਅਸੀਂ ਟਾਟਾ ਕੰਪਨੀ ਵਿੱਚ ਐਜ਼ ਏ ਡਿਵੀਜ਼ਨਲ ਮੈਨੇਜਰ ਕੰਮ ਕਰਦੇ ਰਹੇ ਹਾਂ। ਮੇਰਾ ਇੰਜੀਨੀਅਰਿੰਗ ਬੈਕਗਰਾਊਂਡ ਵਾ, BSc ਇੰਜੀਨੀਅਰਿੰਗ ਮੈਕੈਨੀਕਲ। ਅਤੇ ਰਿਟਾਇਰ ਹੋਣ ਦੇ ਬਾਅਦ ਅਸੀਂ ਗੁਰਦਿਆਲ ਸਿੰਘ ਦੇ ਨਾਲ ਸੁਨਾਰੀ ਗੁਰਦੁਆਰੇ ਜੁੜ ਸੇਵਾ ਕਰਨ ਵਾਸਤੇ। ਇੰਜੀਨੀਅਰਿੰਗ ਕਰਦੇ ਕਰਦੇ ਜਦੋਂ ਤੁਹਾਡਾ ਇੱਕ ਮੈਕੈਨੀਕਲ, ਇੱਕ ਸਾਇੰਸ ਦੇ ਸਟੂਡੈਂਟ ਸੀ, ਤੁਹਾਡਾ ਤਾਂ ਸਾਰਾ ਮਸ਼ੀਨਰੀ ਦਿਮਾਗ ਸੀ, ਫਿਰ ਤੁਹਾਡੀਆਂ ਦਿਲ ਦੀਆਂ ਧੜਕਣਾਂ ਇਨਸਾਨੀ ਦਰਦ ਦੇ ਨਾਲ ਕਿਵੇਂ ਜਾਗੀਆਂ? ਅੰਦਰ ਜਦੋਂ ਇੱਕ ਮਸ਼ੀਨ ਨੇ ਕੰਮ ਕੀਤਾ ਹੈ, ਦਿਲ ਵੀ ਮਸ਼ੀਨ ਹੋ ਗਿਆ, ਮਨ ਵੀ ਮਸ਼ੀਨ ਹੋ ਗਿਆ, ਸਰੀਰ ਵੀ ਮਸ਼ੀਨ ਹੋ ਗਿਆ, ਗਿਆਨ ਵੀ ਮਸ਼ੀਨ ਹੋ ਗਿਆ, ਜੀਵਨ ਵੀ ਮਸ਼ੀਨ ਹੋ ਗਿਆ। ਫਿਰ ਗੁਰੂ ਰਾਮਦਾਸ ਜੀ ਦੇ ਨਾਲ ਜੁੜ ਕੇ ਇਹ ਦਿਲ, ਮਨੁੱਖੀ ਦਿਲ ਕਿੱਦਾਂ ਤਬਦੀਲ ਹੋਇਆ? ਮੇਰੀ ਜਿਹੜੀ ਆਪਣੀ ਫਾਊਂਡੇਸ਼ਨ ਸੀ ਇਹ ਗੁਰਦੁਆਰੇ ਨਾਲ ਹੀ ਜੁੜੀ ਆ। ਬਚਪਨ ਤੋਂ ਮੈਂ ਛੋਟਾ ਹੁੰਦਾ ਸਾਂ ਤੇ ਮੈਂ ਪਹਿਲੋਂ ਕਹਿ ਚੁੱਕਿਆ, ਮੇਰਾ ਬਾਪੂ 14-15 ਸਾਲ ਬਿਸ਼ਟਪੁਰ ਗੁਰਦੁਆਰੇ ਦਾ ਜਨਰਲ ਸੈਕਟਰੀ ਸੀ। ਅਸੀਂ ਉੱਥੇ ਸੇਵਾ ਕਰਦੇ ਸਾਂ ਅਤੇ ਗੁਰੂ ਮਹਾਰਾਜ ਦੇ ਨਾਲ ਅਸੀਂ ਬਚਪਨ ਤੋਂ ਹੀ ਜੁੜੇ ਹੋਏ ਹਾਂ ਅਤੇ ਬਚਪਨ ਤੋਂ ਹੀ ਪਾਠ ਕਰਦੇ ਹਾਂ ਆਪਣੀ ਬਾਣੀ ਦਾ। ਕਹਿਣ ਦਾ ਮਤਲਬ ਹੈ ਬੇਸ਼ੱਕ ਤੁਸੀਂ ਇੰਜੀਨੀਅਰ ਸੀਗੇ ਪਰ ਰੂਟ ਵਿੱਚ ਸਿੱਖੀ ਸ਼ਾਮਲ ਸੀ। ਹਾਂਜੀ, ਹੈ ਨਾ ਜੀ। ਬਚਪਨ ਤੋਂ ਹੀ ਪਾਠ ਕਰਦੇ ਸਾਂ। ਅੱਜ ਵੀ ਅਸੀਂ ਸੁਖੀ ਸਾਹਿਬ ਇਸ ਸੰਸਥਾ ਦੇ ਨਾਲ ਕਿੱਦਾਂ ਜੁੜੇ? ਇਹ ਅਸੀਂ ਜੋ ਰਿਟਾਇਰਮੈਂਟ ਦੇ ਬਾਅਦ ਸੁਨਾਰੀ ਆ ਗਏ ਅਤੇ ਗੁਰਦਿਆਲ ਸਿੰਘ ਸਾਡਾ ਪੁਰਾਣਾ ਪਰਿਚੈ ਹੈਗਾ ਸੀ, ਇਹਨਾਂ ਨਾਲ ਮਿਲ ਗਏ ਅਤੇ ਇਹਨਾਂ ਨਾਲ ਮਿਲਣ ਦੇ ਬਾਅਦ ਅਸੀਂ ਥੋੜ੍ਹਾ ਫਿਰ ਸੰਗਤ ਦੇ ਨਾਲ ਮਿਲ ਗਏ, ਗੁਰਦੁਆਰੇ 'ਚ ਆ ਗਏ। 10 ਸਾਲ ਸੇਵਾ। ਤੁਹਾਨੂੰ ਸ਼ੱਕ ਨਹੀਂ ਹੋਇਆ ਇਹ ਹੇਰਾ ਫੇਰੀ ਤਾਂ ਨਹੀਂ ਕਰਦੇ ਸੰਸਥਾ ਦੇ ਵਿੱਚ? ਅਸੀਂ ਜ਼ਿੰਦਗੀ ਕਦੀ ਹੇਰਾ ਫੇਰੀ ਸੁਣੀ ਨਹੀਂ ਤੇ ਨਾ ਸਿੱਖਦੇ ਹਾਂ। ਅਤੇ ਤੁਸੀਂ, ਤੁਹਾਡੀ ਗੱਲ ਨਹੀਂ ਕਰਦਾ, ਤੁਸੀਂ ਸਪੋਜ਼ ਗੁਰਦਿਆਲ ਸਿੰਘ ਨਾਲ ਜੁੜੇ ਤੇ ਤੁਹਾਨੂੰ ਫੀਲ ਨਹੀਂ ਹੋਇਆ ਕਿ ਇਹ ਸੰਸਥਾ ਹੋ ਸਕਦਾ ਫੇਕ ਹੋਵੇ ਜਾਂ ਇਹ ਇਸ ਤਰ੍ਹਾਂ ਦਾ ਬੰਦੇ ਇਕੱਠੇ ਕਰਨ ਜਾਂ ਮਾਲ ਬਣਾਉਣ ਵਾਲੀ, ਮਾਲ ਕਮਾਉਣ ਵਾਲੀ ਹੋਵੇ? ਇਸ ਤਰ੍ਹਾਂ ਦਾ ਕੁਝ ਫੀਲ ਨਹੀਂ ਹੁੰਦਾ? ਗੁਰਦਿਆਲ ਸਿੰਘ ਦੇ ਬਾਰੇ 'ਚ ਅਸੀਂ 7 ਜਨਮ 'ਚ ਵੀ ਨਹੀਂ ਸੋਚ ਸਕਦੇ ਕਿ ਇਸ ਬੰਨੇ ਇਹਨਾਂ ਦਾ ਵਿਚਾਰ ਵਾ। ਉਹ ਬੜੇ ਦਿਲ ਦੇ ਸਾਫ਼ ਵਾ ਅਤੇ ਇੱਕ ਉਹ 4 ਪੈਸੇ ਦੇ ਕੇ ਖੁਸ਼ ਵਾ, 1 ਪੈਸਾ ਲਿਖ ਕੇ ਖੁਸ਼ ਨਹੀਂ ਗਏ। ਉਹ ਆਪਣੀ ਕਿਰਤ ਕਮਾਈ 'ਤੇ ਖੁਸ਼ ਵਾ। ਬਿਲਕੁਲ ਸਿੱਖੀ 'ਤੇ ਗੁਰਬਾਣੀ 'ਤੇ ਡਿੱਕੀ ਹੋਈ ਆ। ਇਹ ਸਾਡਾ ਫਾਊਂਡੇਸ਼ਨ ਹੀ ਗੁਰਬਾਣੀ ਆ।
ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਗ੍ਰੰਥ ਸਾਹਿਬ ਦਾ ਪਾਠ ਕਰਦੇ ਡੇਲੀ, ਤੇ ਸਾਰੇ ਨਿਤਨੇਮ ਪੂਰੇ ਫੋਲੋ ਕਰਦੇ ਹਾਂ। ਤੇ ਇਹ ਅਸੀਂ ਦੇਖੋ ਸਾਧ ਸੰਗਤ ਜੀ, ਇੱਕ ਇੰਜੀਨੀਅਰ ਸਿੱਖ ਦੀ ਲਾਈਫ ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਸਾਇੰਸ ਨੂੰ ਪੜ੍ਹ ਕੇ ਆਪਣੇ ਦਿਮਾਗ ਨੂੰ ਮੈਕੈਨੀਕਲ ਮਾਈਂਡਡ ਕਰਨ ਤੋਂ ਬਾਵਜੂਦ ਵੀ ਸਿੱਖੀਜ਼ਮ ਦੇ ਨਾਲ ਜੋੜਿਆ। ਉਸ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਜਦੋਂ ਜੀਵਨ ਰਿਟਾਇਰ ਹੋਇਆ, ਵਾਪਸ ਸੇਵਾ ਦੇ ਨਾਲ ਫਿਰ ਜੁੜ ਗਏ। ਦੂਸਰੀ ਗੱਲ ਹੈ ਟੀਮ ਵਰਕ ਕਹਿ ਜਾਏ, ਕਿਉਂਕਿ ਸਾਨੂੰ ਇੱਕ ਸਵਾਲ ਕਰਨੇ ਪੈਂਦੇ ਆ। ਅਸੀਂ ਸਵਾਲ ਕੀਤਾ ਇਹਨਾਂ ਦੀ ਸੰਸਥਾ ਦੇ ਖਿਲਾਫ, ਲੇਕਿਨ ਜਿਹੜਾ ਭਰੋਸਾ ਇਹਨਾਂ ਨੇ ਗੁਰਦਿਆਲ ਸਿੰਘ ਜੀ ਦੇ ਉੱਤੇ ਆਪਣਾ ਕੈਮ ਰੱਖਿਆ ਔਨ ਕੈਮਰੇ 'ਚ, ਫਰੰਟ ਕੈਮਰੇ 'ਚ, ਉਹੀ ਚੈਲੰਜ ਹੁੰਦਾ ਹੈ। ਕਿਉਂਕਿ ਅਸੀਂ ਕਈ ਵਾਰ ਸਵਾਲਾਂ ਤੋਂ ਬਚਦੇ ਆ, ਪਰ ਜਿਨ੍ਹਾਂ ਨੇ ਸੱਚੇ ਕੰਮ ਕਰਨੇ ਹਨ ਉਹ ਨਿਧੜਕ ਹੋ ਕੇ, ਉਹ ਬੇਬਾਕ ਹੋ ਕੇ, ਉਹ ਬੜੇ ਹੀ ਸੱਚੇ ਮਨ ਨਾਲ ਵੀਰ ਯੋਧੇ ਬਣ ਕੇ ਸਵਾਲਾਂ ਦਾ ਸਾਹਮਣਾ ਕਰਾਂਗੇ। ਗੁਰਦਿਆਲ ਸਿੰਘ ਜੀ ਸਾਡੇ ਸਨਮੁਖ ਖੜੇ ਹਨ। ਗੁਰਦਿਆਲ ਸਿੰਘ ਜੀ, ਸੰਗਤ ਦੇ ਵਿੱਚ ਤੁਹਾਨੂੰ ਕੋਈ ਜਦੋਂ ਚੋਰ, ਲੁਟੇਰਾ, ਇਹ ਬੰਦਾ ਤਾਂ ਪੈਸੇ ਕਮਾਉਣ ਵਾਲਾ ਹੈ, ਇਹ ਬੰਦਾ ਤਾਂ ਢੋਂਗ ਕਰਨ ਵਾਲਾ ਹੈ, ਜੇ ਇਸ ਤਰ੍ਹਾਂ ਦੇ ਸਵਾਲ ਜਵਾਬ ਹੋਣ, ਅਜਿਹੀਆਂ ਸਥਿਤੀਆਂ ਦਾ ਮੁਕਾਬਲਾ ਤੁਸੀਂ ਕਿਵੇਂ ਕਰਦੇ ਹੋ? ਮਨ ਡੋਲਦਾ ਨਹੀਂ ਹੈ ਕੰਮਾਂ ਕਾਜਾਂ ਕਰਦੇ? ਤੁਹਾਡੇ ਮਿੱਤਰ ਨੇ ਤਾਂ ਤੁਹਾਡੇ 'ਤੇ ਬਹੁਤ ਵੱਡਾ ਭਰੋਸਾ ਕੀਤਾ ਹੈ। ਉਹਨੇ ਜਿਹੜੀ ਗੱਲ ਕਹੀ ਹੈ ਮੈਨੂੰ ਹੈਰਾਨੀ ਹੋ ਜਾਂਦੀ ਹੈ। ਅੱਜ ਦੇ ਦਿਨ ਦੇ ਵਿੱਚ ਵੀ ਜਿਹੜੇ ਆਪ ਕਿਸੇ ਜਗ੍ਹਾ ਪਹੁੰਚੇ ਹੋਣ, ਉਹ ਰਿਟਾਇਰਮੈਂਟ ਤੋਂ ਬਾਅਦ ਕਿਸੇ ਵੀ ਬੰਦੇ 'ਤੇ, ਕਿਸੇ ਸਿੱਖ 'ਤੇ ਇੰਨਾ ਵੱਡਾ ਭਰੋਸਾ ਕਰ ਦਿੰਦੇ ਹੋ। ਇਸ ਕਮਾਈ ਨੂੰ ਤੁਸੀਂ ਕਿਸ ਰੂਪ 'ਚ ਬਿਆਨ ਕਰੋਗੇ? ਇਸ ਤਰ੍ਹਾਂ ਵਾ ਕਿ ਅਗਰ ਅਸੀਂ ਕਿਸੇ ਦੀ ਗੱਲ ਸੁਣ ਕੇ ਅੰਦਰ ਦੇ ਜਿਹੜੇ ਜਜ਼ਬਾਤ ਨੇ ਸੇਵਾ ਦੇ, ਉਹਦਾ ਕੁਟਾਰਾਗਤ ਅਸੀਂ ਗੱਲਾਂ ਸੁਣ ਕੇ ਕਰ ਲਈਏ ਕਿ ਸਾਡਾ ਮਨ ਮੰਨ ਜਾਏਗਾ ਕਿ ਉਹ ਗੱਲਾਂ ਤੇ ਛੱਡ ਦੇ ਸੇਵਾ, ਆਪਣੇ ਘਰ ਬੈਠ। ਨਹੀਂ, ਸਾਡੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਮਾਨਵਤਾ ਦੀ ਸੇਵਾ ਸਿਖਾਈ ਹੈ, ਆਪਸ ਦੇ ਪਿਆਰ ਦੀ ਸੇਵਾ ਸੰਦੇਸ਼ ਦਿੱਤਾ ਹੈ। ਮਾਨਸ ਕੀ ਜਾਤ ਸਭ ਇੱਕ ਹੈ, ਜਾਤ ਸਭੇ ਏਕੇ ਪਹਿਚਾਨਬੋ। ਅਸੀਂ ਅਗਰ ਪਿੱਛੇ ਕਿਸੇ ਦੀ ਗੱਲ ਸੁਣ ਕੇ ਆਪਣੀ ਸੇਵਾ, ਆਪਣੇ ਪ੍ਰਿੰਸੀਪਲ, ਆਪਣੇ ਜਿਹੜੇ ਉਦੇਸ਼ ਨੇ, ਆਪਣੇ ਜਿਹੜੇ ਏਮ ਨੇ, ਉਹਨਾਂ ਨੂੰ ਅਗਰ ਅਸੀਂ ਛੱਡ ਦਈਏ ਤਾਂ ਮੈਂ ਸੋਚਦਾ ਇਸ ਸਮਾਜ 'ਤੇ ਸੇਵਾ ਕਿਸੇ ਕੋਲੋਂ ਵੀ ਨਹੀਂ ਹੋ ਸਕੇਗੀ। ਮੈਂ ਅਕਾਲ ਚੈਨਲ ਦੇ ਰਾਹੀਂ ਗੁਰੂ ਰਾਮਦਾਸ ਸੇਵਾ ਦਲ ਵੱਲੋਂ ਇੱਕ ਗੱਲ ਜਿਹੜੀ ਸੋਚਦਾ ਵਾਂ, ਜਿਹੜਾ ਅਸੀਂ ਕਰਦੇ ਹਾਂ, ਇੰਪਲੀਮੈਂਟ ਵੀ ਕੀਤੀ ਹੈ, ਕਿ ਸਾਡੀ ਸੰਸਥਾ 'ਤੇ ਕੋਈ ਵੀ ਬੰਦਾ ਅਗਰ ਸ਼ਰਾਬ ਪੀਂਦਾ ਹੋਏਗਾ ਅਸੀਂ ਉਹਨੂੰ ਨਹੀਂ ਰੱਖਦੇ ਹਾਂ। ਉਹਦੇ ਨਾਲ ਕੰਡੀਸ਼ਨ ਰੱਖੀ ਹੈ ਕਿ ਜੇ ਤੂੰ ਸ਼ਰਾਬ ਪੀਣਾ ਤੂੰ ਸਾਡਾ ਮੈਂਬਰ ਹੋ ਹੀ ਨਹੀਂ ਸਕਦਾ। ਤੇ ਸਾਡੇ ਜਿੰਨੇ ਮੈਂਬਰ ਨੇ, ਅਸੀਂ ਕੋਰ ਟੀਮ ਬਣਾਈ ਹੈ, ਆਪਣੀ ਹੋਰ ਵੀ ਟੀਮ ਬਣਾਈ ਹੈ, 100 ਸਵਾ 100 ਸੱਜਣਾਂ ਦੀ ਸਾਡੀ ਟੀਮ ਹੈ, ਕੋਈ ਵੀ ਉਹਦੇ 'ਤੇ ਸ਼ਰਾਬੀ ਨਹੀਂ ਹੈ। ਜਿਹਦਾ ਇੱਕੋ ਸਾਨੂੰ ਰਿਜ਼ਲਟ ਮਿਲਿਆ ਕਿ ਅਸੀਂ ਸੰਸਥਾ ਨੂੰ ਬਹੁਤ ਚੰਗੀ ਤਰ੍ਹਾਂ ਚਲਾ ਰਹੇ ਹਾਂ। ਰਹੀ ਗੱਲ ਪੈਸੇ ਦੀ, ਚੋਰੀ ਦੀ ਗੱਲ, ਬਾਬੇ ਦੀ ਇਤਨੀ ਮਿਹਰ ਹੋਈ ਹੈ ਸਾਡੇ ਸਾਰਿਆਂ ਉੱਤੇ। ਅਸੀਂ ਸਾਰੇ ਰਿਟਾਇਰ ਪਰਸਨ ਹਾਂ, ਸਾਡੇ ਕੋਲ ਬਾਬੇ ਦੀ ਬਹੁਤ ਮਿਹਰ ਆ ਗਈ। ਅਸੀਂ ਪਾਕਟ ਆਪਣੇ ਪੱਲਿਓਂ ਪੈਸੇ ਦਿੰਦੇ, ਅਸੀਂ ਬਾਹਰੋਂ ਕਿੱਥੋਂ ਵੀ ਕਲੈਕਸ਼ਨ ਨਹੀਂ ਕਰਦੇ ਹਾਂ। ਆਪਸ ਆ ਭਾਈ ਸੇਵਾ ਆਈ ਹੈ, 50,000 ਦੀ ਆਈ, 20,000 ਦੀ ਆਈ, ਕਿਸੇ ਨੇ 2,000, ਕਿਸੇ ਨੇ 500, ਕਿਸੇ ਨੇ 10,000, ਕਿਸੇ ਨੇ 5,000। ਅਸੀਂ ਬਾਹਰੋਂ ਕਲੈਕਸ਼ਨ ਕਰਦੇ ਹੀ ਨਹੀਂ ਹਾਂ। ਔਰ ਸਾਡੇ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਨੇ ਜਿਹੜੀ ਕਿ ਸਾਡੀ ਆਡੀਟਿੰਗ ਕਰ ਰਹੇ, ਪਾਰਦਰਸ਼ਤਾ ਲਿਆਉਣ ਲਈ, ਅਸੀਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਕਰਾਂਗੇ ਇਸ ਚੈਨਲ ਰਾਹੀਂ, ਹਰਭਜਨ ਸਿੰਘ ਬੇਦੀ ਜੀ ਦਾ, ਜਿਹੜਾ ਕਿ ਹਰ ਸਮੇਂ ਸਾਨੂੰ ਗਾਈਡ ਕਰਦੇ ਰਹਿੰਦੇ ਨੇ, ਸਾਡੇ ਹਿਸਾਬ ਕਿਤਾਬ 'ਤੇ ਨਿਗਰਾਨੀ ਰੱਖਦੇ ਨੇ। ਮੈਂ ਉਹਨਾਂ ਦਾ ਵੀ ਇਸ ਚੈਨਲ ਰਾਹੀਂ ਬੜਾ ਸ਼ੁਕਰਾਨਾ ਕਰਦਾ ਹਾਂ। ਆਪੋ ਆਪਣੀ ਕਮਾਈ ਦਾ ਹਿੱਸਾ ਜੋ ਗੁਰੂਆਂ ਨੇ ਸਾਨੂੰ ਦੱਸਿਆ, ਦਸਵੰਧ ਦੇਣਾ, ਇਹ ਦਸਵੰਧ ਦੀ ਗੱਲ ਕਰ ਰਹੇ ਸੀ। ਆਪਣੇ ਆਪਣੇ ਦਸਵੰਧ ਨੂੰ ਮਾਨਵਤਾ ਦੀ ਸੇਵਾ ਦੇ ਨਾਲ ਜੋੜ ਕੇ ਰੱਖਣਾ। ਜਿਹੜੀ ਪੰਕਤੀ ਇਹਨਾਂ ਨੇ ਉਚਾਰੀ ਉਹ ਪੂਰੀ ਹੈ, ਇਸ ਤਰ੍ਹਾਂ ਹੁੰਦੀ ਹੈ, ਹਿੰਦੂ ਤੁਰਕ ਕੋ ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ ਬੋ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫਰਮਾਨ ਦੇ ਅਨੁਸਾਰ ਚੱਲ ਰਹੀ ਹੈ ਸੰਸਥਾ। ਗੁਰੂ ਰਾਮਦਾਸ ਜੀ ਦੇ ਨਾਮ ਦੇ ਹੇਠ ਸੇਵਾ ਕਰ ਰਹੇ ਸਿੱਖਾਂ ਤੋਂ ਅੱਗੇ ਸਾਡੇ ਕੋਲ ਇੱਕ ਬਜ਼ੁਰਗ ਸਿੱਖ ਹਨ, ਪਰ ਸਿੱਖੀ ਵਿੱਚ ਕੋਈ ਬਜ਼ੁਰਗਤਾ ਨਹੀਂ ਹੁੰਦੀ। ਸਿੱਖੀ ਵਿੱਚ ਸਾਰੇ ਹੀ ਜਵਾਨ ਹੁੰਦੇ, ਵੀਰ ਯੋਧੇ ਹੁੰਦੇ ਹਨ। ਤੇ ਇਸੇ ਲਈ ਇਹ ਸਿੰਘ ਸਾਹਿਬ ਤੋਂ ਵੀ ਅਸੀਂ ਇਹਨਾਂ ਦਾ ਨਾਮ ਪੁੱਛ ਕੇ ਫਿਰ ਸਵਾਲ ਇਹਨਾਂ ਕੋਲੋਂ ਵੀ ਪੁੱਛਾਂਗੇ। ਜੀ ਤੁਹਾਡਾ ਸ਼ੁਭ ਨਾਮ ਇੱਕ ਵਾਰ ਫਿਰ ਦੱਸ ਦਿਓ। ਮੇਰਾ ਨਾਮ ਇਕਬਾਲ ਸਿੰਘ ਹੈ ਜੀ, ਮੈਂ ਮਾਨਗੋ ਵਿੱਚ ਰਹਿੰਦਾ। ਇਕਬਾਲ ਸਿੰਘ ਜੀ, ਸਪੋਜ਼ ਤੁਹਾਨੂੰ ਰਸਤੇ ਵਿੱਚ ਕਹੇ ਕਿ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਉਹ ਸਾਰੀਆਂ ਗੱਲਾਂ ਝੂਠੀਆਂ ਹੈ, ਤੁਹਾਡੀ ਸੰਸਥਾ ਚੋਰ ਹੈ, ਤੁਸੀਂ ਕੋਈ ਸੇਵਾ ਸੁਭਾ ਨਹੀਂ ਕਰਦੇ, ਤੁਸੀਂ ਇਹ ਸਾਰੇ ਢਕੋਸਲੇ ਬਣਾਏ ਹੋਏ ਹੋ, ਇਹ ਗੱਲਾਂ ਦੀ ਜਦੋਂ ਚੁਣੌਤੀ ਮਿਲਦੀ ਹੈ ਤਾਂ ਤੁਸੀਂ ਜਿੰਨੇ ਵੀ ਅੱਜ ਦੇ ਡੇਟ 'ਚ ਪੜ੍ਹੇ ਲਿਖੇ ਪੁਰਾਣੇ ਸੂਝਵਾਨ ਸਿੱਖ ਹੋ, ਤੁਸੀਂ ਮੁਕਾਬਲਾ ਕਿੱਦਾਂ ਕਰਦੇ ਹੋ ਜੇ ਤੁਹਾਡੇ ਅੰਦਰ ਸੱਚਾਈ ਹੈ?
ਕੋਈ ਅਗਰ ਇਸ ਤਰ੍ਹਾਂ ਦੇ ਲੱਛਣ ਜਾਂ ਇਸੇ ਗੱਲਾਂ ਕਹਿੰਦਾ ਹੈਗਾ ਤੇ ਅਸੀਂ ਚੁੱਪ ਕਰ ਜਾਏ, ਕਿਉਂਕਿ ਸਾਨੂੰ ਆਪਣੇ ਉੱਤੇ ਕਾਫੀ ਵਿਸ਼ਵਾਸ ਹੁੰਦਾ ਕਿ ਜੋ ਮੈਂ ਕੰਮ ਕਰ ਰਿਹਾ ਉਹ ਠੀਕ ਕਰ ਰਿਹਾ, ਸਮਾਜ ਲਈ ਕਰ ਰਿਹਾ, ਆਪਣੇ ਜੋ ਸੰਸਥਾ ਨਾਲ ਜੁੜਾ ਉਹਦੇ ਲਈ ਕਰ ਰਿਹਾ ਹੈਗਾ। ਇਸ ਕਰਕੇ ਮੈਨੂੰ ਇਸ ਚੀਜ਼ ਦਾ ਕੋਈ ਗਿਲਾ ਨਹੀਂ ਰਹਿੰਦਾ ਹੈਗਾ। ਔਰ ਇਹ ਵੀ ਗੱਲ ਹੈ ਕਿ ਮੈਂ ਕਿਸੇ ਨਾਲ ਅਗਰ ਕੋਈ ਜਵਾਬ ਦਊਂਗਾ ਤਾਂ ਉਹਦਾ ਹੋਰ 10 ਜਵਾਬ ਦੇ, ਇਸ ਕਰਕੇ ਅਸੀਂ ਆਪਣਾ ਚੁੱਪ ਕਰਕੇ ਆਪਣਾ ਕੰਮ ਕਰੀ ਜਾਈਦਾ ਤੇ ਬਾਕੀ ਜੋ ਪਰਮਾਤਮਾ ਉੱਤੇ ਛੱਡਿਆ ਹੈਗਾ ਉਹ ਜਿਸ ਤਰ੍ਹਾਂ ਚਾਹੇ ਕਰਾਵੇ। ਮਤਲਬ ਮਨ ਦਾ ਕੌਨਫੀਡੈਂਸ ਪੂਰਾ ਹੈ। ਮੇਰਾ ਜੀ ਪੂਰਾ ਹੋ ਕੇ, ਕਿਉਂਕਿ ਮੈਂ ਸੱਚਾਈ 'ਤੇ ਰਿਹਾ, ਇਹ ਮੇਰੀ ਜ਼ਿੰਦਗੀ ਦਾ ਅਸੂਲ ਰਿਹਾ। ਮੈਂ ਬਚਪਨ ਤੋਂ ਲੈ ਕੇ ਮੇਰੇ ਮਾਤਾ ਪਿਤਾ ਨੇ ਸੱਚਾਈ ਦੇ ਉੱਤੇ ਹੀ ਜ਼ੋਰ ਦਿੱਤਾ, ਬਸ ਇਹੀ ਚੀਜ਼ ਹੈ। ਜਿਹੜੇ ਸੱਚੇ ਇਨਸਾਨ ਹਨ, ਇਹਨਾਂ ਦਾ ਕਹਿਣ ਦਾ ਮਤਲਬ ਹੈ ਉਹ ਅਡੋਲ ਚਿੱਤ ਹੁੰਦੇ ਹਨ। ਤੁਹਾਡੀ ਉਮਰ ਕਿੰਨੀ ਹੈ? ਮੇਰੀ ਇਸ ਵੇਲੇ 80 ਚੱਲ ਰਹੀ ਹੈ। ਅਸੀਂ 80 ਸਾਲਾਂ ਦੇ ਸਿੱਖ ਤੋਂ ਇੱਕ ਸਵਾਲ ਕੀਤਾ ਹੈ, ਹੁਣ ਇੱਕ ਨੌਜਵਾਨ ਸਿੱਖ ਕੋਲ ਜਾਂਦੇ ਹਾਂ, ਬਿਲਕੁਲ ਰਿਵਰਸ ਏਜ ਦੇ ਵਿੱਚ ਦੇਖਦੇ ਹਾਂ ਇਸ ਸੰਸਥਾ ਦੇ ਵਿੱਚ ਇੱਕ ਬਜ਼ੁਰਗ ਦੇ ਖਿਆਲਾਤ ਕੀ ਹਨ, ਇੱਕ ਨੌਜਵਾਨ ਦੇ ਕੀ ਹੁੰਦੇ ਹਨ। ਵੀਰ ਜੀ ਆਓ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸ਼ੁਭ ਨਾਮ ਕੀ ਹੈ? ਸਰਬਜੀਤ ਸਿੰਘ। ਸਰਬਜੀਤ ਸਿੰਘ, ਤੁਹਾਡੀ ਉਮਰ ਕਿੰਨੀ ਹੈ? ਮੇਰੀ ਜੀ 44। ਬਿਲਕੁਲ ਨਾਲ ਜਿਹੜੇ ਬੈਠੇ ਨੇ ਉਹਦੀ ਅੱਧੀ ਉਮਰ ਦੇ ਹੋ ਤੁਸੀਂ। 50-50 ਦਾ ਫਾਸਲਾ ਆ ਗਿਆ ਜੀ। ਹਾਂਜੀ ਹਾਂਜੀ ਹਾਂਜੀ। ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਅਜੇ ਤਾਂ ਤੁਸੀਂ ਬਹੁਤ ਕੁਝ ਦੇਖਣਾ ਹੈ, ਇਹ ਤਾਂ ਰਿਟਾਇਰ ਬੰਦਿਆਂ ਦੀ ਖੇਡ ਹੈ, ਤੇ ਤੁਸੀਂ ਨੌਜਵਾਨ ਇਹ ਸੇਵਾ ਸੁਵਾ ਵਿੱਚ ਆ ਗਏ ਹੋ ਜਿੱਥੇ ਦਾਨ ਦੂਨ ਇਕੱਠਾ ਕਰਕੇ ਆਪਣੇ ਜੇਬਾਂ ਤੋਂ ਪੈਸੇ ਪਾ ਕੇ ਲੋਕਾਂ ਦੀ ਸੇਵਾ ਸੁਵਾ 'ਚ ਕਰਦਾ ਹੈ। ਅੱਛਾ, ਜ਼ਿੰਦਗੀ 'ਚ ਬਹੁਤ ਮੌਜਾਂ ਮਾਰਨੀਆਂ, ਪਰ ਜਦੋਂ ਇਸ ਸੰਸਥਾ 'ਚ ਕੰਮ ਕਰਦੇ ਹੋ ਤਾਂ ਤੁਹਾਡਾ ਮਨ ਕੀ ਕਹਿੰਦਾ ਹੈ? ਇਹ ਸਵਾਲ ਤੁਹਾਡੇ ਮਨ 'ਚ ਨਹੀਂ ਤੈਰਦੇ? ਇਹਨਾਂ ਦਾ ਜਵਾਬ ਤੁਸੀਂ ਕਿਸ ਤਰ੍ਹਾਂ ਦਿਓਗੇ? ਦੇਖੋ ਜੀ, ਸਾਡੇ ਸਾਹਮਣੇ ਸਾਡੇ ਬਜ਼ੁਰਗ ਨੇ ਤੇ ਸਾਨੂੰ ਇਸ ਚੀਜ਼ ਦਾ ਪਤਾ ਵਾ ਕਿ ਜੋ ਕਰ ਰਹੇ ਨੇ ਸਹੀ ਕਰ ਰਹੇ ਨੇ। ਇਸ ਕਰਕੇ ਇਹਨਾਂ ਨੂੰ ਦੇਖ ਕੇ ਸਾਨੂੰ ਬਹੁਤ ਚੰਗਾ ਲੱਗਦਾ, ਨਾਲੇ ਬਹੁਤ ਸਿੱਖਣ ਨੂੰ ਮਿਲਦਾ ਵਾ। ਤੇ ਤੁਹਾਡੀ ਉਮਰ ਦੇ ਬਲਬਲੇ ਤੁਸੀਂ ਦਬਾ ਦਿੰਦੇ ਹੋ, ਜਿਹੜੇ ਤੁਸੀਂ ਦੁਨੀਆ ਵਿੱਚ ਚਕਾਚੌਂਧ ਜਾਂ ਹੋਰ ਮੁੰਡਿਆਂ ਦੇ ਜਿਹੜੇ ਦੂਜੇ ਸ਼ੌਂਕ ਹੈ ਉਹਨਾਂ ਨੂੰ ਮਾਰ ਕੇ ਪੂਰੀ ਸਿੱਖੀ ਦੀ ਕਮਾਈ ਵਾਲੇ ਰਸਤੇ ਵਿੱਚ ਮਾਨਵਤਾ ਦੀ ਸੇਵਾ ਵਿੱਚ ਜਦੋਂ ਪੈਂਦੇ ਹੋ, ਤੁਹਾਨੂੰ ਕੀ ਲੱਗਦਾ ਹੈ? ਤੁਹਾਡੇ ਅੰਦਰ ਦੀਆਂ ਧੜਕਣਾਂ ਖੁਸ਼ ਰਹਿੰਦੀਆਂ ਹਨ ਕਿ ਉਤਾਵਲਾਪਨ ਵੱਧਦਾ ਰਹਿੰਦਾ ਹੈ? ਸੈਟੀਸਫੈਕਸ਼ਨ ਹੁੰਦੀ ਹੈ? ਸੈਟੀਸਫੈਕਸ਼ਨ ਬਹੁਤ ਜ਼ਿਆਦਾ ਹੁੰਦਾ ਵਾ ਸੇਵਾ ਕਰਕੇ, ਨਾਲੇ ਰਾਤ ਨੂੰ ਨੀਂਦ ਚੰਗੀ ਆਉਂਦੀ ਹੈ। ਰਾਤ ਨੂੰ ਨੀਂਦ ਚੰਗੀ ਆਉਂਦੀ ਹੈ। ਇਹ ਸਵਾਲ ਦਾ ਜਵਾਬ ਅਸੀਂ ਸਾਡੇ ਵਿਚਕਾਰ ਭਗਵਾਨ ਸਿੰਘ ਜੀ ਹਨ, ਅਸੀਂ ਇਹਨਾਂ ਤੋਂ ਵੀ ਲਵਾਂਗੇ। ਉਹਦਾ ਕਾਰਨ ਕੀ ਹੈ? ਇਹ ਪੈਰਲਲੀ ਇੱਕ ਗੁਰਦੁਆਰੇ ਦੀ ਪੋਸਟ ਵੀ ਹੋਲਡ ਕਰਦੇ ਹਨ, ਬਿਲਕੁਲ ਆਪੋਜ਼ਿਟ ਇੱਕ ਸੰਸਥਾ ਦੇ ਨਾਲ ਜੁੜੇ ਹਨ ਜਿੱਥੇ ਕਿ ਪੋਸਟ ਦੀ ਕੋਈ ਵੈਲਿਊ ਨਹੀਂ ਦਿੰਦੇ। ਇਹ ਲੋਕ ਇਹ ਵੈਲਿਊ ਦਿੰਦੇ ਹੀ ਨਹੀਂ, ਭਾਵੇਂ ਕੋਈ ਪ੍ਰਧਾਨ ਵੀ ਹੈ, ਇਹ ਇਕੁਅਲੀ ਸੇਵਾਦਾਰ ਨੇ। ਅੱਛਾ, ਉਹਨਾਂ ਨੇ ਤਾਂ ਕਿਹਾ ਰਾਤ ਨੂੰ ਨੀਂਦ ਚੰਗੀ ਆਉਂਦੀ ਹੈ। ਜਦੋਂ ਤੁਸੀਂ ਗੁਰਦੁਆਰੇ ਦੀ ਪ੍ਰਧਾਨਗੀ ਤੋਂ ਇਸ ਸੰਸਥਾ ਵਿੱਚ ਇੱਕ ਸੇਵਾ ਦੇ ਰੂਪ 'ਚ ਜਦੋਂ ਕੰਮ ਕਰਦੇ ਹੋ, ਤੁਹਾਨੂੰ ਕੋਈ ਸੇਵਾਦਾਰ ਕਹਿ ਕੇ ਬੁਲਾਉਂਦਾ ਹੈ, ਉਦੋਂ ਤੁਹਾਨੂੰ ਰਾਤ ਦੀ ਨੀਂਦ ਚੰਗੀ ਆਉਂਦੀ ਹੈ? ਹਾਂਜੀ, ਮਾਲੀ ਕਿਰਪਾ ਜੀ। ਸੇਵਾ ਕਰਕੇ ਤਾਂ ਸਿੱਖ ਦਾ ਮੇਨ ਮੁੱਖ ਮਕਸਦ ਆ, ਸਿਧਾਂਤ ਆ ਆਪਣਾ ਵੀ ਆਪਾਂ ਗਰੀਬ ਗੁਰਬੇ ਦੀ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ। ਮਨ ਨੂੰ ਬਹੁਤ ਸਕੂਨ ਮਿਲਦਾ, ਜਦੋਂ ਮਨ ਸ਼ਾਂਤ ਰਹੂਗਾ ਤਾਂ ਆਦਮੀ ਦੀ ਨੀਂਦ ਚੰਗੀ ਆਉਣੀ ਆ, ਤੰਦਰੁਸਤੀ ਵੀ ਰਹਿੰਦਾ ਬੰਦਾ ਦੇ ਨਾਲ। ਇੱਕ ਨਿਸ਼ਚਿੰਤ ਬੰਦਾ, ਇੱਕ ਨਿਸ਼ਕਾਮ ਸੇਵਾ ਕਰਨ ਵਾਲਾ ਬੰਦਾ, ਜਿਸ ਨੇ ਸਮਾਜ ਤੋਂ ਲੈਣਾ ਨਹੀਂ ਸਮਾਜ ਨੂੰ ਦੇਣਾ ਹੈ, ਉਹਨੂੰ ਹੀ ਰਾਤ ਦੀ ਨੀਂਦ ਸੌਖੀ ਆਉਂਦੀ ਹੈ। ਤੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣੇ ਜੀਵਨ ਨੂੰ ਇਸ ਪਾਸੇ ਲਾ ਕੇ ਫੈਸਲਾ ਸਹੀ ਕੀਤਾ ਹੈ? ਸੇਵਾ ਮੈਂ ਤਾਂ ਜੀ ਗੁਰੂ ਘਰ ਤੋਂ ਆਉਣ ਤੋਂ ਪਹਿਲਾਂ, ਸੇਵਾ 'ਚ ਆਉਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਮੈਨੂੰ ਪਤਾ ਨਹੀਂ ਸੀ ਮੈਂ ਐਡੀ ਵੱਡੀ ਮੈਨੂੰ ਸੇਵਾ ਮਿਲੂਗੀ ਜਾਂ ਮੈਂ ਐਡੀ ਵੱਡੀ ਕੌਮ ਦੀ ਸੇਵਾ ਕਰਨੀ ਆ। ਇੱਕ ਦਿਨ ਪਹਿਲਾਂ ਮੇਰੇ ਕੋਲ ਗਏ ਮੇਰੇ ਵੀਰ ਸਾਰੇ ਰਲ ਕੇ, ਇਹਨਾਂ ਨੇ ਕਿਹਾ ਕੱਲ੍ਹ ਨੂੰ ਤੁਹਾਨੂੰ ਸੇਵਾ ਸੌਂਪਣੀ ਆ, ਜਿਹੜੀ ਗੁਰੂ ਘਰ ਦੀ ਸੇਵਾ ਦੀ ਗੱਲ ਕਰਦਾ ਜੀ। ਇੱਕ ਜ਼ਬਰਦਸਤੀ ਜਿਵੇਂ ਪਰਮਾਤਮਾ ਨੇ ਬਾਂਹ ਫੜ ਕੇ ਲਿਆਉਣਾ ਹੁੰਦਾ, ਇਸ ਤਰ੍ਹਾਂ ਮੈਨੂੰ ਲਿਆ ਕੇ ਗੁਰੂ ਘਰ ਦੀ ਸੇਵਾ ਸੌਂਪਤੀ। ਤੁਹਾਨੂੰ ਉਹ ਸੇਵਾ ਕਰਦੇ ਹੋਏ ਕਿੱਦਾਂ ਮਹਿਸੂਸ ਹੁੰਦਾ ਹੈ? ਬਹੁਤ ਗਰਮ ਮਹਿਸੂਸ ਹੁੰਦਾ ਆਪਦੇ ਆਪ 'ਤੇ, ਬਹੁਤ ਮਹਾਰਾਜ ਤੋਂ ਡਰ ਕੇ ਸੇਵਾ ਕਰੀਦੀ ਹੈ ਵੀ ਜਿਵੇਂ ਪਰਮਾਤਮਾ ਮੈਨੂੰ ਲੈ ਕੇ ਆਇਆ ਸੇਵਾ 'ਚ। ਆਪ ਇੱਕ ਬੰਦਾ ਇਸ ਉਹਦੇ ਵਾਸਤੇ ਲੜਦਾ ਵਾ, ਬਹੁਤ ਕੁਛ ਕਰਦੇ ਆ, ਤੁਹਾਨੂੰ ਵੀ ਪਤਾ ਹੋਣਾ ਆਪਣੇ, ਪਰ ਪਰਮਾਤਮਾ ਆਪ ਲੈ ਕੇ ਆਇਆ। ਤੁਹਾਡੇ ਪਿੱਛੇ ਬਾਲ ਬੱਚੇ ਤੁਹਾਨੂੰ ਕਹਿੰਦੇ ਨਹੀਂ ਛੱਡ ਕੇ ਆ ਜਾਓ, ਘਰੇ ਬਹਿ ਜਾਓ? ਨਹੀਂ ਜੀ, ਇੱਦਾਂ ਦੀ ਗੱਲ ਨਹੀਂ। ਬੇਟਿਆਂ ਤੋਂ ਵੀ ਬਹੁਤ ਹੌਸਲਾ ਮਿਲਦਾ, ਉਹ ਵੀ ਬਹੁਤ ਗੁਰਸਿੱਖੀ 'ਚ ਨਿਪੰਨ ਆ ਬੇਟਾ, ਉਹ ਵੀ ਬਹੁਤ ਕਹਿੰਦੇ ਆ ਵੀ ਸੇਵਾ ਕਰੋ ਤੁਸੀਂ। ਹਾਂਜੀ, ਕਹਿਣ ਦਾ ਮਤਲਬ ਹੈ ਤੁਹਾਡਾ ਜਿਹੜਾ ਨੈਟਵਰਕ ਹੈ ਗੁਰਸਿੱਖੀ ਵਾਲਾ ਨੈਟਵਰਕ ਹੈ, ਤੇ ਪਰਿਵਾਰ ਦੇ ਵਿੱਚ ਵੀ ਉਹੀ ਤੁਹਾਨੂੰ? ਹਾਂਜੀ, ਪਰਿਵਾਰ 'ਚ ਵੀ ਪੂਰਾ ਸਹਿਯੋਗ ਮਿਲਦਾ ਜੀ। ਸਤ ਸੰਗਤ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ, ਸਾਚ ਕਹੋ ਸੁਨ ਲੇਹੋ ਸਭ ਹੈ,
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ। ਇਹ ਸਾਰੇ ਪ੍ਰੇਮ ਵਾਲੇ ਸਿੱਖ ਨੇ। ਇਹ ਨਾ ਆਪਣੇ ਵਿਰੋਧੀ ਦੇ ਨਾਲ ਵਿਰੋਧ ਕਰਦੇ ਹਨ, ਉਹਨਾਂ ਨਾਲ ਵੀ ਪ੍ਰੇਮ ਪਾਉਂਦੇ ਹਨ, ਆਪਸ 'ਚ ਤਾਂ ਪ੍ਰੇਮ ਹੈ ਹੀ ਹੈ, ਅਤੇ ਆਪਣੀਆਂ ਚੁਣੌਤੀਆਂ ਨਾਲ ਵੀ ਪ੍ਰੇਮ ਕਰਦੇ ਹਨ। ਅਤੇ ਉਹਨਾਂ ਨੇ ਤਾਂ ਕਹਿ ਹੀ ਦਿੱਤਾ ਕਿ ਰਾਤ ਨੂੰ ਨੀਂਦ ਚੰਗੀ ਆਉਂਦੀ ਹੈ। ਹੁਣ ਅਸੀਂ ਜਿਹੜੇ ਜਾਗਦੇ ਬਜ਼ੁਰਗ ਹਨ, ਜਿਨ੍ਹਾਂ ਨੂੰ ਰਾਤ ਨੂੰ ਨੀਂਦ ਵਿੱਚ ਵੀ ਜਾਗਰਤੀ ਹੁੰਦੀ ਹੈ ਜ਼ਿੰਮੇਦਾਰੀਆਂ ਦੀ, ਇਹਨਾਂ ਨੂੰ ਅਸੀਂ ਇੱਕ ਚੁਣੌਤੀ ਵਾਲਾ ਸਵਾਲ ਕਰਾਂਗੇ ਵੀ ਅਕਾਲ ਚੈਨਲ ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਝੂਠ ਬੋਲਦੇ ਹੋ, ਡਰਾਮੇ ਕਰਦੇ ਹੋ, ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਉਹ ਗੱਲਾਂ ਦਾ ਸੱਚ ਕੋਈ ਨਹੀਂ ਹੈ। ਜੇ ਕੋਈ ਇੱਦਾਂ ਦੀ ਗੱਲ ਹੈ ਤੇ ਤੁਹਾਡੇ ਕੋਲ ਸਬੂਤ ਕੀ ਹੈ, ਤੁਸੀਂ ਕਿਸੇ ਦਾ ਕੀ ਕੰਮ ਸਵਾਰਿਆ ਹੈ। ਇਸ ਤਰ੍ਹਾਂ ਦੀਆਂ ਮਿਸਾਲਾਂ ਕਈ ਸੰਗਤਾਂ ਲਿਖ ਲਿਖ ਕੇ ਪਰਚੇ ਛਾਪ ਕੇ ਦਿੰਦੀਆਂ ਹਨ, ਪਰ ਇੱਦਾਂ ਦੀ ਤੁਹਾਡੇ ਕੋਲ ਕੀ ਕੋਈ ਆਪਦੀ ਮਿਸਾਲ ਹੈ ਜਿਹਨੂੰ ਤੁਸੀਂ ਅਕਾਲ ਚੈਨਲ ਦੇ ਕੈਮਰੇ ਦੇ ਸਾਹਮਣੇ ਪੇਸ਼ ਕਰ ਸਕੋ, ਜਾਂ ਤੁਸੀਂ ਦਾਅਵਾ ਕਰ ਸਕੋ ਵੀ ਜਿਹੜੀਆਂ ਗੱਲਾਂ ਤੁਸੀਂ ਪੜ੍ਹਾਈ ਦੇ ਖੇਤਰ ਦੇ ਵਿੱਚ ਧੀਆਂ ਵਸਾਉਣ ਦੇ ਆਨੰਦ ਕਾਰਜ ਦੀਆਂ ਕੀਤੀਆਂ ਹਨ ਉਹ ਤੁਸੀਂ ਵਾਕਈ ਕਰਦੇ ਹੋ, ਜਾਂ ਇਹਨਾਂ ਵਿੱਚ ਸੱਚਾਈ ਨਹੀਂ ਹੈ, ਜਾਂ ਪਬਲਿਸਿਟੀ ਦੇ ਲਈ ਕੋਈ ਸਟੰਟਬਾਜ਼ੀ ਹੈ, ਜਾਂ ਫੰਡਿੰਗ ਕਲੈਕਸ਼ਨ ਦਾ ਕੋਈ ਜ਼ਰੀਆ ਹੈ। ਕੀ ਤੁਸੀਂ ਕਹੋਗੇ ਜੀ? मन बेचे सतगुर के पास तिस सेवक के कारज रास, सेवा करत होए नहकामी तिसको होत प्राप्त सुआमी। ਹੁਣ ਇਹਨੇ ਸਵਾਲ ਇਹ ਮਿਲਿਆ ਕਿ ਅਸੀਂ ਕੁਝ ਢਕੋਸਲਾ ਕਰਦੇ ਹਾਂ, ਕਿ ਅਸੀਂ ਸੇਵਾ ਕਰਦੇ ਹਾਂ। ਅਸੀਂ ਸੇਵਾ ਜਿਹੜੀ ਵੀ ਕਰਦੇ ਦਿਖਾਉਣ ਲਈ ਨਹੀਂ ਕਰਦੇ, ਅਸੀਂ ਸੱਚੇ ਮਨੋਂ ਸੇਵਾ ਕਰਦੇ ਹਾਂ, ਸੇਵਾ ਕਰਦੇ ਰਹਿਣਾ ਹੈ। ਪਿਛਲੇ ਮਹੀਨੇ ਹੀ ਇੱਕ ਬੱਚਾ ਹਰਸ਼ਦੀਪ ਉਸਦਾ ਨਾਂ ਹੈ, ਜਿਹੜਾ ਕਿ ਇੱਥੇ ਇੱਕ ਇੰਗਲਿਸ਼ ਸਕੂਲ ਬੇਲਡੀ ਚਰਚ ਉੱਤੇ ਪੜ੍ਹਦਾ ਸੀਗਾ, 10ਵੀਂ ਤੋਂ 11ਵੀਂ ਤੇ ਗਿਆ ਵਾ, ਲੇਕਿਨ 53,000 ਰੁਪੀਸ ਉਸਦਾ ਡਿਊ ਸੀਗਾ, ਫੀ ਨਹੀਂ ਦੇ ਸਕਿਆ, ਉਹਨੂੰ ਨਾ ਰਿਜ਼ਲਟ ਮਿਲਿਆ, ਨਾ ਉਹ ਅੱਗੇ ਪੜ੍ਹ ਸਕਿਆ। ਉਸ ਬੱਚੇ ਨੇ ਆਸ ਰੱਖੀ ਮੈਂ ਹੁਣ ਪੜ੍ਹਾਈ ਛੱਡ ਕੇ ਨੌਕਰੀ ਕਰਾਂਗਾ, ਲੇਕਿਨ ਜਦੋਂ ਸਾਡੇ ਕੋਲੋਂ ਆਏ, ਗੱਲਾਂ ਬਾਤਾਂ ਹੋਈਆਂ, ਅਸੀਂ ਕਮੇਟੀ 'ਚ ਸਭ ਗੱਲਾਂ ਕੀਤੀਆਂ ਕਿ ਭਈ ਇਹੋ ਜਿਹਾ ਇੱਕ ਬੱਚਾ ਆਇਆ ਹੈ, ਉਹਨੂੰ ਅਸੀਂ +2 ਤੱਕ ਕਰਾਉਣਾ ਹੈ, ਸਾਇੰਸ ਬੱਚਾ ਹੈ। ਕਮੇਟੀ ਦਾ ਕੀ ਵਿਚਾਰ ਹੈ? ਕਮੇਟੀ ਨੇ ਇੱਕ ਆਵਾਜ਼ ਦੇ ਕੇ ਕਿਹਾ ਨਹੀਂ, ਬੱਚੇ ਨੂੰ ਪੜ੍ਹਾਉਣਾ ਹੈ। ਬੇਦੀ ਸਾਹਿਬ ਦੇਖੋ ਤਾਂ ਕਮੇਟੀ ਦਾ ਅਰਥਾਤ ਗੁਰੂ ਰਾਮਦਾਸ ਸੇਵਾ ਦਲ ਜਿਹੜਾ ਹੈ, ਸਾਰਿਆਂ ਨੇ ਮਿਲ ਕੇ ਇਹ ਨਿਰਣਾ ਲਿਆ ਕਿ ਅਸੀਂ ਉਸ ਬੱਚੇ ਨੂੰ ਪੜ੍ਹਾਉਣਾ ਹੈ। ਔਰ ਉਸੇ 12ਵੀਂ ਤੋਂ ਬਾਅਦ ਉਹ ਪੜ੍ਹਾਈ ਛੱਡਣ ਦਾ ਮਨ ਬਣਾ ਗਿਆ ਸੀ, ਗਰੀਬੀ ਕਰਕੇ। 10ਵੀਂ ਕਰਕੇ ਉਹ ਗਰੀਬੀ ਕਰਕੇ ਉਹਨੇ ਮਨ ਬਣਾ ਲਿਆ ਸੀ ਹੋਰ ਪੜ੍ਹਨਾ ਨਹੀਂ ਹੈ ਮੈਂ। ਉਹਦੇ ਕਾਰਨ ਕੀ ਸੀ ਨਾ, 53,000 ਰੁਪੀਸ ਡਿਊ ਸੀਗਾ ਫੀਸ ਸਕੂਲ ਦੀ 9 ਐਂਡ 10 ਦੀ, ਉਹ ਦੇ ਨਹੀਂ ਸਕਿਆ। ਸਕੂਲ ਵਾਲਿਆਂ ਨੇ ਉਹਨੂੰ ਰਿਜ਼ਲਟ ਹੀ ਨਹੀਂ ਦਿੱਤਾ ਕਿ ਅਸੀਂ ਰਿਜ਼ਲਟ ਨਹੀਂ ਦੇਣਾ, ਤੂੰ 53,000 ਰੁਪੀਸ ਪੇ ਕਰ। ਉਹਦੇ ਕੋਲ ਉਹ ਸਰਟੀਫਿਕੇਟ ਵੀ ਨਹੀਂ ਆਇਆ। ਜਦੋਂ ਸਾਡੇ ਕੋਲ ਗੱਲ ਆਈ ਸੀ ਤਾਂ 53,000 ਰੁਪੀਸ ਪਹਿਲਾਂ ਅਸੀਂ ਉਹ ਸਕੂਲੇ ਦਿੱਤਾ। ਉਹਦੇ ਬਾਅਦ 16,000 ਰੁਪਈਆ ਕਲਾਸ 11 ਤੇ ਐਡਮਿਸ਼ਨ ਲਈ। ਹੁਣ ਕੁਆਟਰਲੀ ਅਸੀਂ 8,220 ਰੁਪਈਆ ਦੇ ਰਹੇ ਹਾਂ, 8,220 ਕੁਆਟਰਲੀ, 4 ਕੁਆਟਰਲੀ ਉਹਨੂੰ ਦੇਣੇ ਨੇ, ਤਦ ਉਹ 12ਵੀਂ ਤੇ ਜਾਏਗਾ। ਬੱਚਾ ਸਟੂਡੈਂਟ ਬਹੁਤ ਅੱਛਾ। ਬੇਦੀ ਸਾਹਿਬ ਦੇਖੋ ਤਾਂ ਬੱਚਾ ਆਇਆ ਕਿ ਨਹੀਂ, ਥੋੜ੍ਹਾ ਦੇਖੋ ਤਾਂ ਬੱਚਾ ਹਰਸ਼ਦੀਪ ਜੇ ਆਇਆ ਤੇ ਲੈ ਕੇ ਆਓ, ਉਹਨੂੰ ਲੈ ਕੇ ਆ ਜਾਓ। ਅਸੀਂ ਉਹ ਬੱਚੇ ਨੂੰ ਮਾਇਆ ਦੀ ਕਾਫੀ ਲੋੜ ਸੀ, ਮਾਇਆ ਸੀ, ਲੇਕਿਨ ਸਾਡੀ ਟੀਮ ਇਤਨੀ ਅੱਛੀ, ਸਾਰਾ ਹੌਸਲਾ ਅਫਜ਼ਾਈ ਦਿੱਤੀ। ਸਾਡੇ ਪ੍ਰਧਾਨ ਜੀ ਵੀ ਜਿਹੜਾ ਕਿਹਾ ਕਿ ਨਹੀਂ ਪੜ੍ਹਾਉਣਾ ਹੈ, ਤੇ ਹਰਸ਼ਦੀਪ ਜਿਹੜਾ ਉਹਨੂੰ ਅਸੀਂ ਪੜ੍ਹਾਉਣ ਤੇ ਹੁਣੇ ਇੱਕ ਕਈ ਬੱਚੇ ਇਸ ਤਰ੍ਹਾਂ ਪੜ੍ਹਾਏ ਨੇ, ਲੇਕਿਨ ਇਹ ਬੱਚਾ ਹੁਣੇ ਜੂਨ ਤੋਂ ਅਸੀਂ ਇਹਨਾਂ ਨੂੰ ਐਡਮਿਸ਼ਨ ਦਵਾਈ ਹੈ ਬੇਲਡੀ ਚਰਚ ਸੇ, ਔਰ ਇਹ ਬੱਚਾ ਪੜ੍ਹਨ ਡਿਆ। ਔਰ ਸਭ ਤੋਂ ਵੱਡੀ ਗੱਲ, ਆਨਲਾਈਨ ਇਹਨੇ ਪਹਿਲਾ ਟੈਸਟ ਵੀ ਦੇ ਦਿੱਤਾ ਹੈ ਔਰ ਸਭ ਤੇ ਪਾਸ ਵੀ ਹੋ ਗਿਆ ਵਾ। PCM ਫਿਜ਼ਿਕਸ ਕੈਮਿਸਟਰੀ ਕਰ ਰਿਹਾ ਹੈ। ਇਹ ਸਾਇੰਸ ਕੰਪਿਊਟਰ ਸਾਇੰਸ ਇੰਜੀਨੀਅਰ ਬਣਨਾ ਮੰਗਦਾ ਹੈ। ਅਸੀਂ ਇਹਦੇ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਤੈਨੂੰ ਇੰਜੀਨੀਅਰਿੰਗ ਇੰਟਰੈਂਸ ਤੱਕ ਫਾਰਮ ਚਾਹੇ 5,000 ਦਾ ਹੈ, ਭਾਵੇਂ 2,000 ਦਾ ਹੈ, ਚਾਹੇ 10 ਫਾਰਮ ਲੈਣ, ਅਸੀਂ ਲੈ ਕੇ ਇਹਨੂੰ ਇੰਟਰੈਂਸ 'ਤੇ ਬਿਠਾਉਣਾ ਹੈ। ਇੰਟਰੈਂਸ ਦੇ ਉਹਦੇ ਬਾਅਦ ਇਹਨਾਂ ਨੂੰ ਇੰਜੀਨੀਅਰਿੰਗ 'ਤੇ ਵੀ ਅਸੀਂ ਅੱਗੇ ਲੈ ਕੇ ਜਾਣਾ ਹੈ। ਅਕਾਲ ਚੈਨਲ ਵਾਲਿਆਂ ਜਿਹੜੇ ਸਾਡੇ ਅਹੁਦੇਦਾਰ ਹੈਗੇ ਨੇ, ਇਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਇਸ ਬੱਚੇ ਨੂੰ ਅਸੀਂ ਇੰਜੀਨੀਅਰਿੰਗ ਕਰਾਉਣੀ ਹੈ। ਆਪ ਸਭ ਦਾ ਸਹਿਯੋਗ, ਇਸ ਬੱਚੇ ਨੂੰ ਆਓ ਇੰਜੀਨੀਅਰ ਬਣਾਈਏ, ਆਪਣਾ ਸਿੱਖੀ ਜਿਹੜਾ ਜਨਮ ਹੈ ਇਹਨੂੰ ਸਫਲਾ ਬਣਾਈਏ। ਸਾਨੂੰ ਸਾਡੇ ਸਵਾਲ ਦਾ ਜਵਾਬ ਦਿੰਦੇ ਜਿਸ ਬੱਚੇ ਦੀ ਮਦਦ ਇਹਨਾਂ ਨੇ ਕੀਤੀ, ਇਹਨਾਂ ਦੀ ਸੰਸਥਾ ਨੇ ਕੀਤੀ, ਉਸ ਬੱਚੇ ਨੂੰ ਇੱਥੇ ਹਾਜ਼ਰ ਕੀਤਾ ਹੈ ਤੇ ਮੇਰੇ ਸਾਹਮਣੇ ਬੱਚਾ ਹਾਜ਼ਰ ਹੋਇਆ ਹੈ। ਲੇਕਿਨ ਚੈਨਲ ਦਾ ਕੰਮ ਹੁੰਦਾ ਹੈ ਫੈਸਲਾ ਆਪ ਨਹੀਂ ਕਰਨਾ, ਸਾਰਾ ਨਿਰਣੈ ਦਰਸ਼ਕਾਂ 'ਤੇ ਛੱਡਣਾ ਹੈ ਕਿ ਅਸੀਂ ਨਿਰਪੱਖਤਾ ਦਾ ਰੋਲ ਅਦਾ ਕਰਾਂਗੇ। ਅਸੀਂ ਬੱਚੇ ਨੂੰ ਸਵਾਲ ਜ਼ਰੂਰ ਕਰਾਂਗੇ ਕਿ ਜਿਹੜੀਆਂ ਸੇਵਾਵਾਂ ਦੇ ਦਾਅਵੇ ਤੁਹਾਨੂੰ ਮਦਦ ਦੇਣ ਦੇ
ਇਹ ਕਰ ਰਹੇ ਹਨ, ਤੁਸੀਂ ਕੀ ਸਹਿਮਤ ਕਰਦੇ ਹੋ ਕਿ ਤੁਹਾਨੂੰ ਜਿਹੜੀ ਮਦਦ ਮਿਲੀ ਹੈ, ਤੁਹਾਡੀ ਉਹ ਪੜ੍ਹਾਈ ਚੱਲ ਰਹੀ ਹੈ ਤੇ ਤੁਸੀਂ ਉਸੇ ਤਰ੍ਹਾਂ ਪੜ੍ਹਾਈ ਕਰ ਰਹੇ ਹੋ ਜਿਸ ਤਰ੍ਹਾਂ ਇਹਨਾਂ ਨੇ ਬਿਆਨ ਦਿੱਤੇ ਹਨ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਮ ਦੱਸੋ। ਮੇਰਾ ਨਾਮ ਹਰਸ਼ਦੀਪ ਸਿੰਘ ਆ। ਮੈਂ ਜਮਸ਼ੇਦਪੁਰ ਸੁਨਾਰੀ ਤੋਂ ਰਹਿਣ ਵਾਲਾ ਹਾਂ। ਜਿੱਦਾਂ ਕਿ ਅਗਰ ਮੈਂ ਆਪਣੇ ਬਾਰੇ ਹੁਣੇ 2-4 ਮਹੀਨੇ ਪਹਿਲੇ ਦੀ ਗੱਲ ਦੱਸਾਂ ਤਾਂ ਮੇਰਾ ਮੀਨਸ ਫਿਊਚਰ ਇੱਕਦਮ ਅੰਧੇਰ ਹੋਇਆ ਪਿਆ ਸੀ। ਜਿੱਦਾਂ ਮੀਨਸ ਮੇਰੀ ਪੜ੍ਹਾਈ ਇੱਕਦਮ ਰੁਕ ਗਈ ਸੀ। 9-10 ਦੀ ਫੀਸ ਮੇਰੀ ਦਿੱਤੀ ਨਹੀਂ ਗਈ ਸੀ, ਜਿਸ ਕਾਰਨ ਮੇਰਾ ਅੱਗੇ ਦਾ ਕੋਈ ਫਿਊਚਰ ਪਲਾਨ ਨਹੀਂ ਸੀ, ਜਿਸ ਕਾਰਨ ਮੈਂ ਨਾਰਮਲ ਪ੍ਰਾਈਵੇਟ ਸੈਕਟਰ 'ਤੇ ਜੋਬ ਕਰਨ ਦਾ ਵੀ ਡਿਸਾਈਡ ਕਰ ਲਿਆ ਸੀ। ਔਰ 10th ਦੀ ਸਰਟੀਫਿਕੇਟ ਨਾ ਹੋਣ ਦੇ ਕਾਰਨ ਮੈਨੂੰ ਮੀਨਸ ਨਾਰਮਲ ਕੋਈ ਇੱਥੇ ਜੋਬ ਵੀ ਨਹੀਂ ਮਿਲਣ ਡੇ ਸੀ। ਉਹ ਇੱਦਾਂ ਹੀ ਕਰਦੇ ਕਰਦੇ ਇੱਕ ਦਿਨ ਮੈਂ ਗੁਰਦੁਆਰੇ ਗਿਆ, ਜਿੱਥੇ ਮੇਰੀ ਮੁਲਾਕਾਤ ਅੰਕਲ ਜੀ ਨਾਲ ਹੋਈ, ਜੋ ਕਿ ਗੁਰੂ ਰਾਮਦਾਸ ਸੇਵਾ ਦਲ ਦੇ ਮੈਂਬਰ ਆ। ਉਹਨਾਂ ਨੇ ਮੇਰੇ ਤੋਂ ਮੇਰੀ ਪੜ੍ਹਾਈ ਦੇ ਬਾਰੇ ਪੁੱਛਿਆ ਅਤੇ ਉਹਨਾਂ ਨੂੰ ਮੈਂ ਦੱਸਿਆ ਕਿ ਇੱਦਾਂ ਤਾਂ ਮੇਰੀ ਕੋਈ ਪੜ੍ਹਾਈ ਮੀਨਸ ਸਭ 'ਤੇ ਸੁਵਿਧਾ ਰੁਕ ਚੁੱਕੀ ਆ। ਉਹਦੇ ਬਾਅਦ ਉਹਨਾਂ ਨੇ ਦੂਜੇ ਦਿਨ ਮੈਨੂੰ ਕਾਲ ਕੀਤਾ ਅਤੇ ਮੈਨੂੰ ਯਕੀਨ ਦਿਲਾਇਆ, ਸਭ ਕਮੇਟੀ ਮੈਂਬਰ ਜਿੰਨੇ ਵੀ ਮੈਂਬਰ ਆ ਦੇ ਨਾਲ ਮੈਨੂੰ ਸਾਂਝਾ ਕਰਕੇ ਦੱਸਿਆ ਕਿ ਤੇਰੀ ਪੂਰੀ 11 12 ਪਲੱਸ ਪੂਰੀ ਇੰਜੀਨੀਅਰਿੰਗ ਦੀ ਪੜ੍ਹਾਈ ਦਾ ਜਿੰਮਾ ਅੰਕਲ ਜੀ ਲੈਣ ਡਿਆ। ਇਸ ਕਰਕੇ ਮੀਨਸ ਇਹਨਾਂ ਨੇ ਮੈਨੂੰ ਵਿਸ਼ਵਾਸ ਦਿਲਾ ਕੇ ਅੱਗੇ ਦੀ ਪੜ੍ਹਾਈ ਦਾ ਪੂਰਾ ਜਿੰਮਾ ਲਿਆ ਆ। ਅਤੇ ਹੁਣ +1 'ਤੇ ਮੇਰਾ ਐਡਮਿਸ਼ਨ ਹੋ ਗਿਆ ਆ। ਮੈਂ ਹਜੇ ਬੁੱਕਸ ਸਭ ਮਿਲ ਗਈ ਆ ਮੈਨੂੰ। ਮੈਂ ਹਜੇ ਐਗਜ਼ਾਮ ਵੀ ਦਿੱਤੇ ਯੂਨਿਟ ਟੈਸਟ ਦੇ, ਅਤੇ ਅੱਗੇ ਦੀ ਹੁਣ ਮੇਰੀ ਪੜ੍ਹਾਈ ਚੱਲਣ ਡਈ ਆ। ਤੇ ਤੁਹਾਨੂੰ ਕਿਤਾਬਾਂ ਵਗੈਰਾ ਦੀ ਸਾਰੀ ਸੋਰਸ ਜਿਹੜੀ ਹੈ ਇਹ ਸੰਸਥਾ ਤੋਂ ਮਿਲੀ ਹੈ ਕਿ ਨਾ ਕੋਈ ਹੋਰ ਐਡੀਸ਼ਨਲ ਸੋਰਸ ਹੋਰ ਜੁੜ ਗਈ ਹੈ? ਇਹ ਜਿੰਨੇ ਵੀ ਮੈਨੂੰ ਬੁੱਕਸ ਕਿਤਾਬ ਮਿਲੇ ਸਭ ਮੈਨੂੰ ਸੰਸਥਾ ਦੇ ਵੱਲੋਂ ਮਿਲੇ ਆ। ਉਹਨਾਂ ਨੇ ਮੈਨੂੰ ਪ੍ਰੋਵਾਈਡ ਕੀਤਾ ਜਿਹਦੇ ਕਰਕੇ ਮੈਂ ਅੱਗੇ ਕੁਝ ਕਰ ਸਕਾਂ। ਅੱਛਾ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਸ ਏਡ ਬਾਰੇ, ਇਸ ਮਦਦ ਦੇ ਬਾਰੇ? ਗੁਰੂ ਰਾਮਦਾਸ ਸੇਵਾ ਦਲ ਸੁਨਾਰੀ ਜਮਸ਼ੇਦਪੁਰ ਨਾਲ ਜਮਸ਼ੇਦਪੁਰ ਵੂਮੈਨਸ ਕਾਲਜ ਦੇ ਪ੍ਰਿੰਸੀਪਲ ਡਾਕਟਰ ਸ਼ੁਕਲਾ ਮੋਹੰਤੀ ਉਹ ਵੀ ਸਾਡੇ ਨਾਲ ਜੁੜੇ ਨੇ, ਕਿਉਂਕਿ ਉਹ ਸਿੱਖਿਆ ਖੇਤਰ 'ਤੇ ਉਹਨਾਂ ਦਾ ਬੜਾ ਯੋਗਦਾਨ ਹੈ। ਜਮਸ਼ੇਦਪੁਰ ਹੀ ਨਹੀਂ, ਪੂਰੇ ਕੋਲਹਾਨ 'ਤੇ ਵਾइस चांसलर भी रहे सन। उन्होंने जो पता लगा, मैंने उन्होंने कहा गुरदयाल जी आप इतना पैसा दे रहे हैं, मैं तो बुक दूंगी। बच्चे की फिजिक्स, केमिस्ट्री, मैथ, बायोलॉजी जिन्नियां बुक्स सी डॉक्टर शुक्ला मोहंती प्रिंसीपल ऑफ जमशेदपुर विमेंस कॉलेज ने दित्तियां ने। असी उन्हों का भी इस चैनल राही शुकराना अदा करते हैं कि जिन्हों ने बच्चे की पढ़ाई लिए बुक दे के बच्चे को पढ़ाने ते अपना सहयोग दिता है। बहुत बहुत धन्यवाद। ਤੁਹਾਡਾ ਕੀ ਨਾਮ ਦੱਸਿਆ ਤੁਸੀਂ? ਹਰਸ਼ਦੀਪ ਸਿੰਘ। ਤੇ ਹੁਣ ਤੁਹਾਡੀ ਸਟੱਡੀ ਠੀਕ ਹੈ? ਹਾਂਜੀ। ਤੇ ਤੁਸੀਂ ਇੱਕ ਸਿੱਖ ਕੌਮ ਦੇ ਪ੍ਰਤੀ ਕਮਿਟਡ ਹੋ ਕਿ ਕੁਝ ਵੀ ਅਗਰ ਬਣੋਗੇ ਤੇ ਤੁਸੀਂ ਵੀ ਸਿੱਖ ਕੌਮ ਦਾ ਅੱਗੇ ਤੁਹਾਡੇ ਸਾਹਮਣੇ ਵੀ ਕੋਈ ਲਾਚਾਰ ਜਾਂ ਮਜਬੂਰ ਹੋਦਾ ਤੁਸੀਂ ਮਦਦ ਕਰੋਗੇ, ਤੇ ਤੁਹਾਡਾ ਸਿੱਖ ਕਮਿਊਨਿਟੀ ਦੇ ਲਈ ਜਿਹੜਾ ਅਖੀਰਲਾ ਮੈਸੇਜ ਹੈ ਉਹ ਤੁਸੀਂ ਕੀ ਦੇਣਾ ਚਾਹੋਗੇ? ਜਿੱਦਾਂ ਕਿ ਮੇਰੇ ਖਿਆਲ ਨਾਲ ਮੈਂ ਇਕੱਲਾ ਨਹੀਂ ਹਾਂ ਜਿਹਦੇ ਇੰਨੇ ਫੀਸ ਕਰਕੇ ਅੱਗੇ ਦੀ ਪੜ੍ਹਾਈ ਨਹੀਂ ਆ। ਜਿਸ ਤਰ੍ਹਾਂ ਮੇਰੇ ਹੀ ਪਹਿਲੇ ਬਹੁਤ ਸੁਪਨੇ ਸੀ, ਇੱਦਾਂ ਦੇ ਬਹੁਤ ਬੱਚੇ ਜਿਨ੍ਹਾਂ ਦੇ ਬਹੁਤ ਸੁਪਨੇ ਆ ਅੱਗੇ ਚੱਲ ਕੇ ਅੱਗੇ ਉਹ ਕੁਝ ਕਰਨਾ ਮੰਗਦੇ ਆ। ਅਤੇ ਮੇਰਾ ਅਖੀਰਲਾ ਇਹੀ ਰਹੂਗਾ ਕਿ ਮੈਂ ਅੱਗੇ ਜਦੋਂ ਵੀ ਕੁਝ ਵੀ ਕਰਾਂ ਆਪਣੇ ਮੀਨਸ ਕੌਮ ਵਾਸਤੇ, ਅਗਰ ਕੁਝ ਵੀ ਮੈਂ ਕਰਨਾ ਚਾਹਾਂ, ਮੈਂ ਵੀ ਇੱਕ ਇੱਦਾਂ ਦੀ ਸੰਸਥਾ ਲੈ ਕੇ ਉਹਨਾਂ ਤੋਂ ਮੀਨਸ ਮੈਂ ਅੱਗੇ ਬੱਚਿਆਂ ਤੱਕ ਪੈਸੇ ਔਰ ਉਹਨਾਂ ਦਾ ਫਿਊਚਰ ਸਿਕਿਉਰ ਕਰ ਸਕਾਂ। ਜਦ ਅੱਜ ਮੇਰੀ ਹੈਲਪ ਹੋਈ ਹੈ, ਮੇਰਾ ਫਿਊਚਰ ਸਿਕਿਉਰ ਹੋਇਆ। ਇਸ ਛੋਟੇ ਜਿਹੇ ਬੱਚੇ ਨੇ ਸਾਨੂੰ ਇੱਕ ਸਿੱਖਿਆ ਦਿੱਤੀ ਹੈ ਕਿ ਇਹਦੇ ਜਿਹੇ ਬੱਚੇ ਸੰਸਾਰ 'ਤੇ ਅਨੇਕ ਹਨ, ਪਰ ਜਿੱਦਾਂ ਇਹਨੂੰ ਮਦਦ ਮਿਲੀ ਹੈ ਅੱਗੇ ਜਾ ਕੇ ਕਿਸੇ ਯੋਗਤਾ ਨੂੰ ਜੇ ਪ੍ਰਾਪਤ ਕਰਦਾ ਹੈ, ਕਿਸੇ ਕਾਬਲੀਅਤ ਨੂੰ ਪ੍ਰਾਪਤ ਕਰਦਾ ਹੈ, ਇਹ ਵੀ ਉਸੇ ਤਰ੍ਹਾਂ ਮਦਦ ਕਰੇਗਾ ਜਿਸ ਤਰ੍ਹਾਂ ਇਹ ਸੰਸਥਾ ਇਹਦੇ ਵਰਗੇ ਸਟੂਡੈਂਟ ਦੀ ਮਦਦ ਕਰਦੀ ਹੈ। ਸਾਡੇ ਕੋਲ ਜਿਹੜਾ ਵੀ ਕੇਸ ਆਉਂਦਾ ਹੈ ਅਸੀਂ ਉਹਦੀ ਛਾਨਬੀਨ ਜ਼ਰੂਰ ਕਰਦੇ ਹਾਂ। ਛਾਨਬੀਨ ਕਰਨ ਦੇ ਬਾਅਦ ਸਾਡੇ ਮੈਂਬਰ ਜਿਹੜੇ ਟੀਮ ਬਣਾਈ ਹੈ ਛਾਨਬੀਨ ਕਰਨ ਵਾਲੀ, ਉਹ ਜਾਂਦੀ ਹੈ, ਉਹ ਕਲੀਅਰੈਂਸ ਦਿੰਦੀ ਕਿ ਨਹੀਂ ਇਸ ਬੱਚੇ ਦੀ ਸੇਵਾ ਹੋਣੀ ਚਾਹੀਦੀ ਹੈ। ਅਸੀਂ ਫਿਰ ਕਿਸੇ ਨੂੰ ਦੇਖਦੇ ਨਹੀਂ ਹਾਂ। ਸਾਡੀ ਟੀਮ ਨੇ ਅਗਰ ਸਾਨੂੰ ਕਹਿ ਦਿੱਤਾ ਸਿਫਾਰਿਸ਼ ਦੀ ਲੋੜ ਹੀ ਨਹੀਂ ਸਾਨੂੰ, ਅਸੀਂ ਬੱਚੇ ਨੂੰ ਪੜ੍ਹਾਉਣਾ, ਅਸੀਂ ਮਾਇਆ ਕਿਸੇ ਦੇ ਹੱਥ ਨਹੀਂ ਦਿੰਦੇ ਹਾਂ। ਅਸੀਂ ਜੇ ਫੀਸ ਦੇਣੀ ਆ ਸਕੂਲੇ ਜਾ ਕੇ ਦਿੰਦੇ ਹਾਂ, ਜੇ ਰਾਸ਼ਨ ਲੈ ਕੇ ਦੇਣਾ ਵਾ ਰਾਸ਼ਨ ਦੁਕਾਨੇ ਜਾ ਕੇ ਪੈਸੇ ਦਿੰਦੇ ਹਾਂ। ਇਸ ਤਰ੍ਹਾਂ ਕੋਈ ਵੀ ਅਸੀਂ ਕਮੋਡਿਟੀਜ਼ ਵਾਈਜ਼, ਕਮਰਸ਼ੀਅਲ ਵਾਈਜ਼ ਅਸੀਂ ਉਹਨੂੰ ਪੈਸਾ ਉਹਦੇ ਹੱਥ ਨਹੀਂ ਦੇਣਾ। ਅਸੀਂ ਸਮਾਨ ਲੈਣਾ, ਜੋ ਵੀ ਲੈਣਾ, ਵਿਆਹ ਕਰਨਾ, ਦਾਜ ਦਾ ਸਮਾਨ ਲੈਣਾ, ਰਾਸ਼ਨ ਲੈਣਾ, ਸਾਰਾ ਕੁਝ ਅਸੀਂ ਆਪ, ਸਾਡੀ ਮੈਂਬਰ ਹੈਗੇ ਬਣੇ ਨੇ, ਟੀਮ ਬਣੀ ਆ, ਉਹ ਖਰੀਦਦੀ ਆ ਔਰ ਉਹ ਉੱਥੇ ਪਹੁੰਚਾਉਂਦੀ ਆ। ਪੈਸਾ ਅਸੀਂ ਕਿਸੇ ਨੂੰ ਦੇਣ ਦੇ ਹੱਕ 'ਤੇ ਨਹੀਂ ਆ। ਹੁਣ ਕਰੋਨਾ 'ਤੇ ਸਾਡੇ ਕਈ ਵੀਰਾਂ ਦਾ, ਚਾਹੇ ਸਿੱਖ ਹੋਣ ਚਾਹੇ ਨੌਨ ਸਿੱਖ ਵੀ ਸਨ ਉਹਦੇ 'ਤੇ, ਕਿਉਂਕਿ ਸਾਡੇ ਸੁਨਾਰੀ ਵਿੱਚ ਨੌਨ ਸਿੱਖ ਫੈਮਲੀਆਂ ਵੀ ਕਾਫੀ ਨੇ। ਕਈ ਗਰੀਬ ਤਬਕੇ ਦੇ ਲੋਕ ਸਨ ਜਿਨ੍ਹਾਂ ਨੂੰ ਰਾਸ਼ਨ ਦੀ ਰੀਅਲੀ ਕਮੀ ਸੀ।
ਰੀਅਲੀ ਉਹਨਾਂ ਦੇ ਘਰ ਲੰਗਰ ਨਹੀਂ ਪੱਕ ਰਿਹਾ ਸੀਗਾ। ਜਦੋਂ ਸਾਨੂੰ ਪਤਾ ਲੱਗਾ ਅਸੀਂ ਛਾਨਬੀਨ ਕੀਤੀ, ਅਸੀਂ ਕਮ ਸੇ ਕਮ 5-6 ਮਹੀਨੇ ਹਰ ਘਰ ਵਿੱਚ ਮਹੀਨਾ ਵਾਈਜ਼, ਇਹ ਨਹੀਂ ਕਿ 5 ਕਿਲੋ 4 ਕਿਲੋ 10 ਕਿਲੋ 20 ਕਿਲੋ ਆਟਾ 20 ਕਿਲੋ ਚੌਲ, ਜਿਤਨਾ ਕਿ ਉਸ ਫੈਮਿਲੀ ਨੂੰ ਲੋੜ ਸੀ ਅਕੋਰਡਿੰਗ ਟੂ देयर ਸਟਰੈਂਥ, ਉਹਨਾਂ ਕਿੰਨੇ ਜਣੇ ਹੈਗੇ ਨੇ ਉਹਦੇ ਹਿਸਾਬ ਨਾਲ ਮਹੀਨੇ ਦਾ ਰਾਸ਼ਨ ਅਸੀਂ 5-6 ਮਹੀਨੇ ਕੰਟੀਨਿਊ ਦਿੰਦੇ ਰਹੇ ਹਾਂ। ਇਹਦੇ ਨਾਲ ਕਿਸੇ ਦੀ ਸਿਫਾਰਿਸ਼ ਦੀ ਲੋੜ ਸੀ। ਤੁਹਾਨੂੰ ਇੱਕ ਹੋਰ ਸਵਾਲ ਹੈ, ਤੁਸੀਂ ਤਾਂ ਇਹਨਾਂ ਨਾਲ ਸਾਰੀਆਂ ਸੇਵਾਵਾਂ ਨੂੰ ਕਰਨ ਦੇ ਲਈ ਘਰ-ਬਾਰ ਛੱਡਣਾ ਪੈਂਦਾ ਹੈ, ਤੁਹਾਡੇ ਘਰ ਵਾਲੇ ਤੁਹਾਨੂੰ ਗਾਲਾਂ ਨਹੀਂ ਕੱਢਦੇ ਕਿ ਬਾਹਰ ਤੁਰਿਆ ਫਿਰਦੇ ਹੈ, ਤੁਸੀਂ ਘਰੇ ਟਾਈਮ ਹੀ ਨਹੀਂ ਦਿੰਦੇ? ਮੇਰੀ ਮਿਸਿਸ ਤੇ ਘਰੋਂ ਇਹ ਕਹਿੰਦੀ ਕਿ ਅਸੀਂ ਬੜੇ ਭਾਗਸ਼ਾਲੀ ਹਾਂ ਕਿ ਮੈਂ ਵੀ ਤੁਹਾਡੇ ਨਾਲ ਲੱਗੀ ਹਾਂ, ਜਿਹੜਾ ਕਿ ਅਸੀਂ ਸਮਾਜ ਦੀ ਸੇਵਾ ਵਿੱਚ ਲੱਗੇ ਹੋਏ ਹਾਂ। ਸਾਡਾ ਟਾਈਮ ਬੀਤਦਾ, ਅਸੀਂ ਦੋਨੋਂ ਹੈਗੇ ਹਾਂ, ਮੈਂ ਔਰ ਮੇਰੀ ਵਾਈਫ, ਬੱਚੇ ਬਾਹਰ ਹੈਗੇ ਨੇ, ਬੇਟਾ ਬਾਹਰ ਹੈ, ਲੰਡਨ ਹੈ, ਬੇਟੀ ਬਾਹਰ ਹੈ, ਤੋ ਅਸੀਂ ਇਕੱਲੇ ਹਾਂ ਤੇ ਸੇਵਾ ਤੇ ਰੁੱਝੇ ਰਹਿੰਦੇ, ਤਾਂ ਸਾਡਾ ਟਾਈਮ ਵੀ ਬੀਤਦਾ, ਮਹਾਰਾਜ ਦੀ ਸਤੁਤੀ ਵੀ ਹੁੰਦੀ, ਬੰਦਗੀ ਵੀ ਹੁੰਦੀ ਹੈ। ਇਹ ਬੜੇ ਹੀ ਭਾਗਾਂ ਦੀ ਗੱਲ ਹੈਗੀ ਹੈ। ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਫੈਮਿਲੀ ਨੂੰ ਇਹ ਆਹਵਾਨ ਕਰਦੇ ਹਾਂ, ਪੈਰੈਂਟਸ ਨੂੰ ਆਹਵਾਨ ਕਰਦੇ ਹਾਂ ਕਿ ਸਾਰੇ ਮਿਲ ਕੇ ਭੇਦਭਾਵ ਛੱਡ ਕੇ ਪਿੱਛੇ ਨਾ ਦੇਖਦੇ ਹੋਏ ਸਮਾਜ ਦੀ ਸੇਵਾ ਕਰੀਏ। ਸਮਾਜ ਦੀ ਸੇਵਾ ਕਰਾਂਗੇ, ਸਾਡੇ ਭਾਗ ਵੀ ਚੰਗੇ ਹੋਣਗੇ, ਵਾਹਿਗੁਰੂ ਨਾਲ ਅਸੀਂ ਜੁੜਾਂਗੇ। ਇਸ ਕਰਕੇ ਘਰ ਤੇ ਕੋਈ ਵੀ ਗੱਲ ਨਹੀਂ ਸਮਝ ਕੇ ਹੋਰ ਹਲਾਸ਼ੇਰੀ, ਤੁਸੀਂ ਘਰ ਬੈਠੇ ਜਾਓ, ਉਹ ਫਲਾਣਾ ਆ ਗਿਆ, ਮਨਜੀਤ ਭਾਜੀ ਆ ਗਏ, ਬਲਵੀਰ ਭਾਜੀ ਆ ਗਏ, ਤੁਸੀਂ ਘਰੇ ਬੈਠੇ ਹੋ, ਜਾਓ ਸੇਵਾ ਕਰਨੀ ਹੈ। ਇਹ ਉਹਨਾਂ ਦੀ ਹੌਸਲਾ ਅਫਜ਼ਾਈ ਹੁੰਦੀ ਹੈ, ਅਸੀਂ ਅੱਗੇ ਵੱਧ ਚੜ੍ਹ ਕੇ ਸੇਵਾ ਕਰਦੇ ਰਹਿੰਦੇ ਹਾਂ। ਦੇਖੋ ਜੀ, ਜਜ਼ਬੇ ਤੇ ਜਜ਼ਬਾਤ ਅਤੇ ਹੌਸਲੇ ਬੁਲੰਦ, ਇਹੋ ਜਿਹੀ ਇੱਕ ਟੀਮ ਨਾਲ ਅਕਾਲ ਚੈਨਲ ਨੇ ਅੱਜ ਸਾਰੇ ਦਰਸ਼ਕਾਂ ਨਾਲ ਰੂਬਰੂ ਹੋ ਕੇ ਮੁਲਾਕਾਤ ਕਰਾਈ। ਬੜੇ ਅਜੋਕੇ ਕਿਸਮ ਦੇ ਸਿੱਖ ਮਿਲੇ ਸਾਨੂੰ ਜਮਸ਼ੇਦਪੁਰ ਦੇ ਵਿੱਚ, ਪੜ੍ਹੇ ਲਿਖੇ, ਉੱਚੀਆਂ ਪੋਸਟਾਂ 'ਚ ਕੰਮ ਕਰਨ ਵਾਲੇ, ਰਿਟਾਇਰ, ਅਹੁਦਿਆਂ ਦੀ ਕੋਈ ਲਾਲਚ ਨਹੀਂ, ਸਿਰਫ ਸੇਵਾਦਾਰ ਦਾ ਤਮਗਾ ਚਾਹੀਦਾ ਹੈ। ਤੇ ਜਿਹੜੀ ਫੰਡਿੰਗ ਕਲੈਕਸ਼ਨ ਹੈ ਉਹ ਵੀ ਇੰਡੀਵਿਜੂਅਲ ਆਪਣੀਆਂ ਜੇਬਾਂ ਤੋਂ ਕੱਢ ਕੇ ਦੇ ਦਿੰਦੇ ਨੇ, ਕਿਸੇ ਜਗ੍ਹਾ ਕੋਈ ਉਗਰਾਹੀ ਨਹੀਂ। ਬਾਵਜੂਦ ਇਸ ਦੇ ਸਿਫਾਰਸ਼ੀ ਕੇਸ ਵੀ ਨਹੀਂ ਲੈਂਦੇ। ਜੇ ਕੋਈ ਕੇਸ ਆ ਜਾਂਦਾ ਹੈ, ਆਪਣੀ ਨਿਗਰਾਨੀ ਹੇਠ ਉਹਦੀ ਪੂਰੀ ਜਾਂਚ ਕਰਦੇ ਹਨ। ਪੁਖਤਾ ਰਿਪੋਰਟ ਮਿਲਣ ਦੇ ਬਾਅਦ ਹੀ ਇਹ ਉਸ ਦੀ ਮਦਦ ਉਹਨਾਂ ਨੂੰ ਦਿੰਦੇ ਹਨ, ਪਰ ਸਿੱਧੀ ਮਾਇਆ ਦੇ ਰੂਪ 'ਚ ਨਹੀਂ। ਉਹਨਾਂ ਦੇ ਜਿਹੜੇ ਹੀਲੇ ਵਸੀਲੇ ਹਨ, ਜਿਨ੍ਹਾਂ ਕਰਕੇ ਉਹਨਾਂ ਦਾ ਕੰਮ ਰੁਕਿਆ ਹੁੰਦਾ ਹੈ, ਉਹ ਸਾਰੇ ਕੰਮ ਸੁਚਾਰੂ ਰੂਪ ਨਾਲ ਹੱਲ ਕਰ ਦਿੰਦੇ ਹਨ। ਖੁਸ਼ੀਆਂ ਲੈਂਦੇ ਹਨ ਤੇ ਖੁਸ਼ੀਆਂ ਦੇ ਬਦਲੇ ਖੁਸ਼ੀਆਂ ਦਿੰਦੇ ਹਨ। ਇਸ ਤਰ੍ਹਾਂ ਦਾ ਇੱਕ ਸਿੱਖ ਪਰਿਵਾਰ ਕਲਕੱਤੇ ਵਿੱਚ ਰਲ ਮਿਲ ਕੇ ਸੇਵਾ ਕਰਦਾ ਹੈ। ਆਪ ਜੀ ਦੇ ਸਨਮੁਖ ਅਸੀਂ ਪੇਸ਼ ਕੀਤਾ ਤੇ ਅਸੀਂ ਸਾਡੇ ਜਿਹੜੇ ਇੱਥੇ ਮੁੱਖ ਜਿਹਨੂੰ ਕਹਿੰਦੇ ਹਨ ਸੇਵਾ ਦੇ ਤੌਰ ਤੇ ਕੰਮ ਕਰਨ ਵਾਲੇ ਹਨ, ਉਹਨਾਂ ਕੋਲ ਧੰਨਵਾਦ ਦੇ ਇੱਕ ਸ਼ਬਦ ਵੀ ਅਸੀਂ ਲੈ ਲੈਂਦੇ ਹਨ। ਆਓ ਇੱਕ ਵਾਰ ਇਹਨਾਂ ਕੋਲੋਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰੂ ਰਾਮਦਾਸ ਸੇਵਾ ਦਲ ਸੁਨਾਰੀ ਜਮਸ਼ੇਦਪੁਰ ਵੱਲੋਂ ਅਕਾਲ ਚੈਨਲ ਦਾ ਅਤੇ ਸਾਡੇ ਸਾਰੇ ਮੈਂਬਰਾਂ ਦਾ ਉਚੇਚੇ ਤੌਰ ਤੇ ਗੁਰਦੁਆਰਾ ਸਾਹਿਬ ਮਾਨਗੋ ਦੇ ਪ੍ਰਧਾਨ ਸਾਹਿਬ ਸਰਦਾਰ ਭਗਵਾਨ ਸਿੰਘ ਜੀ ਦਾ, ਸਰਦਾਰ ਕਿਰਨਜੀਤ ਸਿੰਘ ਜੀ ਦਾ ਅਤੇ ਕੈਮਰਾਮੈਨ ਹਰਪਨਜੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ, ਅਸੀਂ ਸੇਵਾ ਕਰ ਰਹੇ ਹਾਂ ਸੰਗਤਾਂ ਦੀ, ਉਹਦੇ ਬਾਰੇ ਸਾਨੂੰ ਆਪਣਾ ਦੱਸਣ ਦਾ ਸਾਨੂੰ ਮੌਕਾ ਦਿੱਤਾ ਹੈ। ਦਾਸ ਆਪ ਸਭ ਦਾ ਬਹੁਤ ਧੰਨਵਾਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ ਪ੍ਰੋਗਰਾਮ 'ਚ ਅਗਲੀ ਮੁਲਾਕਾਤ ਫਿਰ ਇੱਕ ਚੰਗੇ ਮਾਹੌਲ ਦੇ ਵਿੱਚ ਸਿੱਖ ਕੀ ਕੰਮ ਕਰ ਰਹੇ ਹਨ ਆਪਣੀ ਫੀਲਡ ਦੇ ਵਿੱਚ, ਦੇਸ਼ ਦੇ ਕਿਸ ਕੋਨੇ ਵਿੱਚ ਸਥਿਤ ਹਨ। ਅਕਾਲ ਚੈਨਲ ਆਪਣੀਆਂ ਸੇਵਾਵਾਂ ਆਪਣੇ ਦਰਸ਼ਕਾਂ ਤੱਕ ਇਸੇ ਤਰ੍ਹਾਂ ਜਾਰੀ ਰੱਖੇਗਾ। ਉਦੋਂ ਤੱਕ ਦੇ ਲਈ ਅਸੀਂ ਇਜਾਜ਼ਤ ਚਾਹੁੰਦੇ ਹਾਂ। ਮੈਂ ਇਸ ਵੇਲੇ ਜਮਸ਼ੇਦਪੁਰ ਤੋਂ ਕਿਰਨਜੀਤ ਸਿੰਘ ਅਤੇ ਕੈਮਰੇ 'ਚ ਅਰਪਨਜੀਤ ਸਿੰਘ ਆਪ ਜੀ ਤੋਂ ਇਜਾਜ਼ਤ ਲੈਂਦਾ ਹਾਂ। ਅਗਲੀ ਮੁਲਾਕਾਤ ਦੇ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।